ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਸ਼ਿਵ ਪੰਜਾਬੀ ਜਮਾਤ ਦੇ ਵਿੱਚ। ਅੱਜ ਜੋ ਵੀਡੀਓ ਹੈ ਉਹ ਪੰਜਾਬੀ ਦੀ ਨਹੀਂ, ਏਡੀਏ ਦੇ ਵਿਦਿਆਰਥੀਆਂ ਲਈ ਜੋ ਏਡੀਏ ਦੀ ਪ੍ਰੀਖਿਆ ਦੇਣ ਜਾ ਰਹੇ ਹਨ ਉਹਨਾਂ ਲਈ ਹੈ। ਇੰਡੀਅਨ ਮਾਡਰਨ ਹਿਸਟਰੀ ਦੋ ਵੀਡੀਓਜ਼ ਦੇ ਵਿੱਚ ਤੁਹਾਡੀ ਇੰਡੀਅਨ ਮਾਡਰਨ ਹਿਸਟਰੀ ਦੇ 80% ਫੈਕਟਸ ਮੈਂ ਤੁਹਾਨੂੰ ਇੰਪੋਰਟੈਂਟ ਕਲੀਅਰ ਕਰਵਾ ਦਾਂਗਾ। ਕੁਝ ਰਹੇਗਾ ਜੋ ਪੀਪੀਐਸਸੀ ਨੇ ਪਹਿਲਾਂ ਨਹੀਂ ਪੁੱਛਿਆ ਹੈ। ਜ਼ਿਆਦਾਤਰ ਮੇਰੀ ਵੀਡੀਓ ਉਹਨਾਂ ਸਵਾਲਾਂ ਦੀ ਰਹੇਗੀ ਜੋ ਪੀਪੀਐਸਸੀ ਨੇ ਪੁੱਛੇ ਹੈ ਪਹਿਲਾਂ ਬਹੁਤ ਵਾਰੀ, ਠੀਕ ਹੈ। ਤਾਂ ਸਮਾਂ ਨਾ ਗਵਾਉਂਦੇ ਹੋਏ ਸ਼ੁਰੂ ਕਰਦੇ ਹਾਂ। ਇੰਡੀਅਨ ਮਾਡਰਨ ਹਿਸਟਰੀ ਭਾਸ਼ਾ ਤਿੰਨ ਭਾਸ਼ਾਵਾਂ ਦਾ ਪ੍ਰਯੋਗ ਕਰੂੰਗਾ, ਹਿੰਦੀ, ਇੰਗਲਿਸ਼, ਪੰਜਾਬੀ, ਤਾਂ ਕਿ ਸਾਰਿਆਂ ਨੂੰ ਸਮਝ ਆਵੇ। ਜੇ ਬਹੁਤ ਜ਼ਿਆਦਾ ਪੰਜਾਬੀ ਹੋ ਜਾਏ ਤਾਂ ਸ਼ਾਇਦ ਕੁਝ ਵਿਦਿਆਰਥੀਆਂ ਦੀ ਪ੍ਰੋਬਲਮ ਆਵੇਗੀ, ਤਾਂ ਮੈਂ ਕੋਸ਼ਿਸ਼ ਕਰਦਾ ਇਸ ਨੂੰ ਆਮ ਭਾਸ਼ਾ ਦੇ ਵਿੱਚ ਸਮਝਾਵਾਂ ਤੁਹਾਨੂੰ। ਸਭ ਤੋਂ ਪਹਿਲਾਂ ਮਾਡਰਨ ਹਿਸਟਰੀ ਸ਼ੁਰੂ ਕਿੱਥੋਂ ਹੁੰਦੀ ਹੈ ਜੀ? 1857 1857 known as first freedom struggle, ठीक है। फर्स्ट फ्रीडम स्ट्रगल इसमें किसने कहा? सब तो पहला था कार्ल मार्क्स। स्टेटमेंट गिवन किस दी सी? पूछ सकता है कार्ल मार्क्स। इस तो बाद तुहाडा वीडी सावरकर ने इसनू की कहा जी? फर्स्ट वॉर ऑफ इंडिपेंडेंस। ठीक है। उस तो इलावा एक सर ह्यूज रोज सी अंग्रेजा का, उसने रानी लक्ष्मीबाई नू ब्रेवेस्ट लीडर कहा सी। रानी लक्ष्मीबाई इज ब्रेवेस्ट लीडर, ठीक है। सब तो पहला तो कुछ स्टेटमेंट्स थोड़े लिए जरूरी है। 1857 नू फर्स्ट फ्रीडम स्ट्रगल क्यों अते किसने कहा, ठीक है। तीन नेम्स लिखे हैं। अजकल हो की रहा है जीके दे विच पूछता है विच ऑफ द फॉलोइंग इज नॉट करेक्ट, तो तुहानू करेक्ट पता होना चाहिए है। तो तीन पॉइंट्स तुहाडे लिए बहुत जरूरी हैं। इस तो बाद रीजन की सी स्ट्रगल दे? रीजनस पहला है जी थोड़ा स्पोए म्यूटिनी, मंगल पांडे। मंगल पांडे ने क्यों रिवोल्ट किया जी? क्योंकि उसने रिफ्यूज करता सी कार्टेज, कारतूस जो है ब्रिटिशर्स वर यूजिंग बीफ एंड पोर्क इन कार्टेज, ठीक है। तुहाडे इस दे विच क्या आखदे हां उसनू, मैं इंक भी भर लवां तुहानू दस दिंदा, तुसीं पॉइंट्स लिखते रहो, समा घट लगे वीडियो नू। तुसीं हाँ ओपन हो गया है, इस विच स्याही भर ला ताकि तुहानू साफ साफ दिखे। बाद विच एवें ना होवे कि वीडियो वधिया ना बने तुहाडे लई। हाँ जी माफ करियो जी, मैं इस विच इंक भर ली है ताकि थोड़ा वधिया रहे। ब्रिटिशर्स यूज कर रहे थे बीफ एंड पोक। ये रीजन पूछा गया है पीपीएससी दे पहले पुराने एग्जाम्स दे विच। दूजा कारण सी जी रानी लक्ष्मी बाईज रिवोल्ट, ठीक है। रानी लक्ष्मी बाई का रिवोल्ट तुहानू पता होएगा, अंग्रेज उसदे बच्चे नू मार के जो उसका एम्पायर सी उसनू अनैक्स करना चाहते सी अपने विच, ठीक है। तो रानी लक्ष्मी बाई का रिवोल्ट किस दे खिलाफ सी? ब्रिटिश गवर्नमेंट दे। उसका रीजन सी डॉक्ट्राइन ऑफ लैप्स। डॉक्ट्राइन ऑफ लैप्स लॉर्ड डलहौजी ने शुरू किया सी जी। लॉर्ड डलहौजी ने डॉक्ट्राइन ऑफ लैप्स शुरू किया सी। है कि सी लॉर्ड डलहौजी का डॉक्ट्राइन ऑफ लैप्स कि जेकर किसी राज का उत्तराधिकारी नहीं होएगा उसनू अंग्रेजों के शासन विच मिला लिया जाएगा, ठीक है। दूजा कारण ये हो गया। तीजा बहादुर शाह जफर।
ਬਹਾਦਰ ਸ਼ਾਹ ਜ਼ਫਰ ਸੀ ਤੁਹਾਡਾ ਲਾਸਟ ਮੁਗਲ ਐਮਪਾਇਰ। ਇਹ ਵੀ ਪੁੱਛਿਆ ਜਾਂਦਾ ਹੈ ਹੂ ਇਜ਼ ਲਾਸਟ ਮੁਗਲ ਐਮਪਾਇਰ। ਠੀਕ ਹੈ, ਤਾਂ ਇਸ ਦੀ ਪੈਨਸ਼ਨ ਸਟਾਪ ਹੋ ਗਈ ਸੀ ਜੀ, ਸਟਾਪਡ ਬਾय ਬ੍ਰਿਟਿਸ਼ ਐਮਪਾਇਰ। ਠੀਕ ਹੈ, ਤਾਂ ਇਹ ਤਿੰਨ ਮੇਨ ਰੀਜ਼ਨ ਹੈ ਸਭ ਤੋਂ ਇੰਪੋਰਟੈਂਟ ਜਿਸ ਦੇ ਕਰਕੇ ਤੁਹਾਡਾ 1857 ਦੇ ਵਿੱਚ ਰਿਵੋਲਟ ਸ਼ੁਰੂ ਹੋਇਆ। ਠੀਕ ਹੈ, ਤੇ ਰਿਵੋਲਟ ਸ਼ੁਰੂ ਹੋਣ ਦਾ ਇੱਕ ਹੋਰ ਮੂਵਮੈਂਟ ਚੱਲੀ, ਦਿੱਲੀ ਚਲੋ, ਦਿੱਲੀ ਚਲੋ, ਦਿੱਲੀ ਚਲੋ, ਦਿੱਲੀ ਚੱਲ ਕੇ ਰਿਵੋਲਟ ਕਰੋ। ਠੀਕ ਹੈ, ਇਹ ਵੀ 1857 ਦੇ ਵਿੱਚ ਆਈ ਸੀ। ਇਸ ਤੋਂ ਬਾਅਦ ਇਸ ਲਈ ਕੁਝ ਯਾਦ ਨਹੀਂ ਕਰਨਾ। ਤਾਂ ਇੱਥੋਂ ਸ਼ੁਰੂਆਤ ਹੁੰਦੀ ਹੈ ਸਾਡੀ ਮਾਡਰਨ ਹਿਸਟਰੀ ਦੀ। ਉਸ ਤੋਂ ਬਾਅਦ ਜਦੋਂ ਫਸਟ ਫਰੀडम ਸਟਰਗਲ ਸ਼ੁਰੂ ਹੋ ਗਿਆ ਤਾਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਸ ਬਾਰੇ ਡਿਸਕਸ਼ਨ ਹੋਈ ਕਿ ਹੁਣ ਈਸਟ ਇੰਡੀਆ ਕੰਪਨੀ ਦੇ ਬਸ ਦਾ ਰਿਹਾ ਨਹੀਂ ਇੰਡੀਆ ਨੂੰ ਸੰਭਾਲਣਾ। ਤਾਂ 1857 ਦੇ ਵਿੱਚ ਕੀ ਹੋਏਗਾ ਜੀ, ਸੌਰੀ ਅਗਲੇ ਸਾਲ 1858 ਦੇ ਵਿੱਚ 1858 ਦੇ ਵਿੱਚ ਟ੍ਰਾਂਸਫਰ ਆਫ ਪਾਵਰ ਫਰੋਮ ਈਸਟ ਇੰਡੀਆ ਕੰਪਨੀ ਟੂ ਕਰਾਊਨ। ਠੀਕ ਹੈ, ਇਸ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਦੇਸ਼ ਵਿੱਚ ਸਾਰੀ ਡੀਲਸ ਵਗੈਰਾ ਕਰ ਰਹੀ ਸੀ, ਚਾਹੇ ਪੋਲੀਟੀਕਲ ਫੈਸਲੇ ਹੋਣ ਚਾਹੇ ਇਕਨੋਮੀ ਦੇ ਫੈਸਲੇ ਹੋਣ। ਪਰ 1858 ਵਿੱਚ 57 ਦੇ ਰਿਵੋਲਟ ਤੋਂ ਬਾਅਦ ਨੈਕਸਟ ਈਅਰ ਪਾਵਰ ਆਫ ਟ੍ਰਾਂਸਫਰ ਹੁੰਦਾ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਈਅਰ ਆਏਗਾ ਜੀ 1885 ਇੰਡੀਅਨ ਨੈਸ਼ਨਲ ਕਾਂਗਰਸ। ਠੀਕ ਹੈ, ਇੰਡੀਅਨ ਨੈਸ਼ਨਲ ਕਾਂਗਰਸ ਪੈਦਾ ਹੋ ਜਾਂਦੀ ਹੈ। ਇੰਡੀਅਨ ਨੈਸ਼ਨਲ ਕਾਂਗਰਸ ਕੀ ਹੈ, ਸਭ ਤੋਂ ਪਹਿਲਾਂ ਇਸਦੇ ਫਾਊਂਡਰ ਠੀਕ ਹੈ ਇੱਕ ਅੰਗਰੇਜ਼ ਸੀ A.O. ਹਿਊਮ। ਠੀਕ ਹੈ, ਇਹ ਫਾਊਂਡਰ ਹੋ ਗਏ ਜੀ ਤੁਹਾਡੇ। ਇਸ ਤੋਂ ਬਾਅਦ ਤੁਸੀਂ ਲਿਖੋਗੇ ਜੀ ਇਸ ਦਾ ਫਰਸਟ ਸੈਸ਼ਨ ਕਿੱਥੇ ਹੋਇਆ। ਫਰਸਟ ਸੈਸ਼ਨ ਤੁਹਾਡਾ ਹੋਏਗਾ ਜੀ ਇਸ ਦਾ ਸੰਸਕ੍ਰਿਤ ਕਾਲਜ ਬੰਬੇ। ਕੋਸ਼ਿਸ਼ ਕਰ ਰਿਹਾ ਜਿੰਨੀ ਜਲਦੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਕੇ ਖਤਮ ਕਰਾਂ, ਤੁਹਾਡਾ ਵੀ ਟਾਈਮ ਬਚੇਗਾ, ਫਾਇਦਾ ਵੀ ਹੋਵੇਗਾ। ਬੰਬੇ ਯਾਦ ਕਰਨਾ ਬਹੁਤ ਈਜ਼ੀ ਹੈ। ਪੋਲਿਟਿਕਸ ਇਜ਼ ਆਲ ਅਬਾਊਟ ਮਨੀ, ਪੈਸੇ ਦਾ ਖੇਡ ਹੈ ਜੀ ਸਾਰਾ। ਤੇ ਇਸ ਲਈ ਮੁੰਬਈ ਨੂੰ ਇੰਡੀਆ ਦੀ ਫਾਈਨੈਂਸ਼ੀਅਲ ਕੈਪੀਟਲ ਵੀ ਕਿਹਾ ਜਾਂਦਾ ਹੈ। ਤਾਂ ਯਾਦ ਕਰਨਾ ਈਜ਼ੀ ਹੋ ਗਿਆ। ਕਾਂਗਰਸ ਪੈਦਾ ਕਿੱਥੇ ਹੋਈ ਜੀ ਤੁਹਾਡੀ, ਬੰਬੇ ਦੇ ਵਿੱਚ। ਠੀਕ ਹੈ, ਇਸ ਤੋਂ ਬਾਅਦ ਫਸਟ ਪ੍ਰੈਜ਼ੀਡੈਂਟ ਕਾਂਗਰਸ ਦੇ WC ਬੈਨਰਜੀ। ਠੀਕ ਹੈ, WC ਬੈਨਰਜੀ ਪੁੱਛਿਆ ਗਿਆ ਹੈ ਪਹਿਲਾਂ ਵੀ ਤੁਹਾਡੇ PPSC ਦੇ PCS ਐਗਜ਼ੈਕਟਿਵ ਚ, ਹੂ ਵਾਸ ਦਾ ਫਰਸਟ ਪ੍ਰੈਜ਼ੀਡੈਂਟ ਆਫ ਕਾਂਗਰਸ, WC ਬੈਨਰਜੀ। ਇਸ ਤੋਂ ਇਲਾਵਾ ਫਸਟ ਮੀਟਿੰਗ ਚ ਡੈਲੀਗੇਟਸ ਕਿੰਨੇ ਸੀ ਜੀ, 72। ਇਹ ਥੋੜਾ ਮੁਸ਼ਕਲ ਕੁਐਸਚਨ ਬਣ ਸਕਦਾ ਹੈ, ਵਿਦਿਆਰਥੀਆਂ ਨੂੰ ਨਹੀਂ ਪਤਾ ਹੁੰਦਾ ਕਿ ਕਿੰਨੇ ਮੈਂਬਰਸ ਆਏ ਸੀ ਮੀਟਿੰਗ ਦੇ ਵਿੱਚ। ਤੇ ਇੱਕ ਕੁਐਸਚਨ ਜੋ PPSC ਨੇ ਪਹਿਲਾਂ ਨਹੀਂ ਪੁੱਛਿਆ ਹੈ ਕਿ ਕਾਂਗਰਸ ਟਰਮ ਗਿਵਨ ਬਾय या coined by whom, दादा भाई नौरोजी। दादा भाई नौरोजी ਦੀਆਂ ਦੋ ਤਿੰਨ ਇਨਫੋਰਮੇਸ਼ਨ ਤੁਸੀਂ ਅਲੱਗ ਤੋਂ ਵੀ ਲਿਖ ਲਓ। ਫਸਟ ਇੰਡੀਅਨ ਟੂ ਬੀ ਇਲੈਕਟਡ ਇਨ ਬ੍ਰਿਟਿਸ਼ ਪਾਰਲੀਮੈਂਟ। ਠੀਕ ਹੈ, ਦਾਦਾ ਭਾਈ ਨੌਰੋਜੀ ਫਸਟ ਇੰਡੀਅਨ ਟੂ ਬੀ ਇਲੈਕਟਡ ਇਨ ਬ੍ਰਿਟਿਸ਼ ਪਾਰਲੀਮੈਂਟ। ਡਰੇਨ ਵੈਲਥ ਥਿਓਰੀ ਗਿਵਨ ਬਾय whom, दादा भाई नौरोजी। Who is known as great grand gold man of India, दादा भाई नौरोजी। ठीक है, 3-4 इंपॉर्टेंट पॉइंट्स है, इन्हों के नाम ਨੂੰ ਲੈ ਕੇ ਤੁਸੀਂ ਵੀਡੀਓ 'ਚ ਦੁਬਾਰਾ ਬੈਕ ਕਰਕੇ ਦੇਖ ਸਕਦੇ ਹੋ। ਚਾਰੋਂ ਦੇ ਚਾਰੋਂ ਪੁਆਇੰਟ ਇੰਪੋਰਟੈਂਟ ਹੈ। ਗ੍ਰੇਟ ਗ੍ਰੈਂਡ ਓਲਡ ਮੈਨ, ਕਾਂਗਰਸ ਟਰਮ ਵਾਸ ਗਿਵਨ ਬਾय हिम, ਡਰੇਨ ਵੈਲਥ ਥਿਓਰੀ, दादा भाई नौरोजी, फर्स्ट इंडियन टू बी इलेक्टेड इन ब्रिटिश पार्लीमेंट, दादा भाई नौरोजी। ठीक है, ਮਾਫ ਕਰਿਓ ਜੇ ਮੈਂ ਬਹੁਤ ਤੇਜ਼ ਬੋਲ ਰਿਹਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਹਾਡਾ ਘੱਟ ਤੋਂ ਘੱਟ ਟਾਈਮ ਲੱਗੇ ਰਿਵੀਜ਼ਨ ਲਈ। ਇਸ ਨੂੰ ਰਿਵੀਜ਼ਨ ਲੈਕਚਰ ਵੀ ਮੰਨ ਸਕਦੇ ਹੋ ਤੁਸੀਂ। ਇਸ ਤੋਂ ਬਾਅਦ ਇੱਕ ਚੀਜ਼ ਸਿੱਖੋ, 1885 ਤੋਂ 1905 ਨੂੰ ਕਹਿੰਦੇ ਹਾਂ ਮੋਡਰੇਟਸ एरा इन कांग्रेस। रीजन क्या है, 1905 तक ही क्यों मॉडरेट आ रहा है। मॉडरेट है शांत लोग। ठीक है, ये वकील सी कांग्रेस वाले सारे ज्यादातर था, मेजोरिटी ऑफ कांग्रेस मेंबर्स वर लॉयर्स। ठीक है, तो 1905 तक ਤਾਂ ਸ਼ਾਂਤ ਲੋਕ ਸੀ ਸਾਰੇ, ਪੈਟੀਸ਼ਨ ਦੇ ਰਹੇ ਸੀ ਅੰਗਰੇਜ਼ਾਂ ਨੂੰ। ਪਰ 1905 ਵਿੱਚ ਇਸ ਤਰ੍ਹਾਂ ਦਾ ਕੀ ਹੋਇਆ ਕਿ ਇਸ ਨੂੰ ਮੋਡਰੇਟ ਐਰਾ ਕਹਿਣਾ ਖਤਮ ਕਰ ਦਿੱਤਾ। ਤਾਂ 1905 ਇਜ਼ ਰੀਲੀ ਇੰਪੋਰਟੈਂਟ। ਵਾਈ,
ਪਾਰਟੀਸ਼ਨ ਆਫ ਬੰਗਾਲ, ਠੀਕ ਹੈ। ਈਸਟ ਬੰਗਾਲ, ਵੈਸਟ ਬੰਗਾਲ ਤੁਹਾਨੂੰ ਪਤਾ ਹੋਵੇਗਾ, ਵੈਸਟ ਬੰਗਾਲ ਅੱਜ ਸਾਡੇ ਕੋਲ ਹੈ, ਈਸਟ ਬੰਗਾਲ ਨੂੰ ਅਸੀਂ ਬੰਗਲਾਦੇਸ਼ ਦੇ ਨਾਮ ਤੋਂ ਜਾਣਦੇ ਹਾਂ। ਅੱਜ ਮੈਚ ਵੀ ਸੀ ਇੰਡੀਆ ਦਾ, ਠੀਕ ਹੈ। ਤੇ 1905 ਦੇ ਵਿੱਚ ਪਾਰਟੀਸ਼ਨ ਆਫ ਬੰਗਾਲ ਹੋਈ ਜੀ। ਉਸ ਤੋਂ ਬਾਅਦ ਅੱਗੇ ਵਧਦੇ ਹਾਂ। ਕੁਐਸਚਨ ਕੀ ਪੁੱਛਦਾ ਹੈ, ਗਵਰਨਰ ਕੌਣ ਸੀ 1905 ਦੇ ਵਿੱਚ? ਦੇਖੋ ਕਾਂਗਰਸ ਦਾ ਵੀ ਮੈਂ ਗਵਰਨਰ ਕਰਵਾਉਣਾ ਭੁੱਲ ਗਿਆ, ਠੀਕ ਹੈ। ਤੇ 1857 ਦੇ ਵਿੱਚ ਗਵਰਨਰ ਕੌਣ ਸੀ? ਤਾਂ ਗਵਰਨਰ ਲਿਖੋ ਇੱਕ ਵਾਰੀ। 1857 ਦੇ ਵਿੱਚ ਸੀ ਜੀ ਲਾਰਡ ਕੈਨਿੰਗ, ਠੀਕ ਹੈ, ਲਾਰਡ ਕੈਨਿੰਗ। 1885 ਯਾਦ ਰੱਖਣਾ ਬਹੁਤ ਈਜ਼ੀ ਹੈ। ਕਾਂਗਰਸ ਜਿਸ ਵੀ ਅੰਗਰੇਜ਼ ਨੇ ਪੈਦਾ ਕੀਤੀ ਹੋਏਗੀ ਉਹ ਬੇਵਕੂਫ ਸੀ ਸਭ ਤੋਂ ਵੱਡਾ। ਕਾਰਨ ਕਿਉਂਕਿ ਕਾਂਗਰਸ ਨੇ ਹੀ ਤਾਂ ਕਬਰ ਖੋਦੀ ਸੀ ਇਹਨਾਂ ਦੀ ਇੰਡੀਆ ਤੋਂ ਬਾਹਰ ਕੱਢਣ ਲਈ, ਠੀਕ ਹੈ। ਤਾਂ ਕੋਈ ਡਫਰ ਹੋਏਗਾ ਤਾਂ ਉਸ ਗਵਰਨਰ ਦੇ ਨਾਮ ਵਿੱਚ ਤੁਹਾਨੂੰ ਡਫਰ ਦਿਖੇਗਾ, ਲਾਰਡ ਡਫਰਿਨ, ਲਾਰਡ ਡਫਰਿਨ। ਮੇਰੇ ਸਪੈਲਿੰਗ ਗਲਤ ਹੋ ਸਕਦੇ ਹੈ ਬਟ ਜਦੋਂ ਤੁਸੀਂ ਪੜੋਗੇ ਤੁਹਾਨੂੰ ਸਮਝ ਆ ਜਾਏਗਾ, ਅੱਛਾ ਡਫਰ ਦਿਖ ਰਿਹਾ ਹੈ, ਠੀਕ ਹੈ, ਲਾਰਡ ਡਫਰਿਨ। ਸਪੈਲਿੰਗ ਗਲਤ ਹੈ, ਮੈਂ ਡਫਰ ਲਿਖਣਾ ਤਾਂ ਕਿ ਤੁਹਾਡੇ ਦਿਮਾਗ ਵਿੱਚ ਬੈਠ ਜਾਵੇ ਕਨਸੈਪਟ, ਠੀਕ ਹੈ। ਤੇ 1905 ਪਾਰਟੀਸ਼ਨ ਤੁਹਾਡੇ ਘਰ ਵਿੱਚ ਜਦੋਂ ਹੋਏਗੀ ਨਾ, ਕਾਰਨ ਕੀ ਹੋਏਗਾ? ਤੁਹਾਡੇ ਕਜ਼ਨਸ, ਠੀਕ ਹੈ। ਤਾਂ ਇੰਡੀਆ ਵਿੱਚ ਵੀ ਜਦੋਂ ਪਾਰਟੀਸ਼ਨ ਹੋਈ ਤਾਂ ਜੋ ਗਵਰਨਰ ਸੀ ਉਸਦੇ ਨਾਮ ਵਿੱਚ ਤੁਹਾਨੂੰ ਕਜ਼ਨ ਦਿਖ ਜਾਏਗਾ, ਉਸਦਾ ਨਾਮ ਹੈ ਲਾਰਡ ਕਰਜ਼ਨ, ਠੀਕ ਹੈ। ਤੇ ਪਾਰਟੀਸ਼ਨ ਆਫ ਬੰਗਾਲ ਦੇ ਅਗੇਂਸਟ मूवमेंट बाय इंडियंस, उस मूवमेंट का नाम है जी स्वदेशी मूवमेंट, ठीक है। इंडिया ने स्वदेशी मूवमेंट लॉन्च करती जी। होया कि पार्टीशन ऑफ बंगाल जदों हुई बहुत दुख लग गया कांग्रेस ਨੂੰ ਵੀ, देश के बाकी भी जिन्ने क्रांतिकारी सी, ਤਾਂ ਉਹਨਾਂ ਨੇ स्वदेशी मूवमेंट ਲਾਂਚ ਕਰੀ। ਤਾਂ स्वदेशी मूवमेंट ਕਦੋਂ ਆਈ? 1905 ਦੇ ਵਿੱਚ। ਪਾਰਟੀਸ਼ਨ ਆਫ ਬੰਗਾਲ ਨਾਲ ਪੜ੍ਹ ਕੇ ਯਾਦ ਕਰ ਲਓ, ਇਸ ਤੋਂ ਬਾਅਦ ਭੁੱਲਣ ਦੀ ਕਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਪਏਗੀ, ਨਾ ਭੁੱਲੇਗਾ, ਠੀਕ ਹੈ। ਤੇ ਜਦੋਂ ਪਾਰਟੀਸ਼ਨ ਹੁੰਦੀ ਹੈ ਨਾ, ਘਰ ਦੇ ਵਿੱਚ ਨਵੀਆਂ ਨਵੀਆਂ ਪਾਵਰਸ ਖੜੀਆਂ ਹੋ ਜਾਂਦੀਆਂ, ਤੁਹਾਨੂੰ ਵੀ ਪਤਾ ਹੈ। ਤਾਂ ਇੰਡੀਆ ਦੇ ਵਿੱਚ ਵੀ 1905 ਚ ਪਾਰਟੀਸ਼ਨ ਹੁੰਦੀ ਹੈ। ਵੈਰੀ ਨੈਕਸਟ ਈਅਰ 1906 ਦੇ ਵਿੱਚ ਕੀ ਹੋਏਗਾ? ਮੁਸਲਿਮ ਲੀਗ ਵਾਸ फाउंडर कौन है जी मुस्लिम लीग दे? एक तो है सलीमुल्लाह खान एंड आगा खान, ठीक है। आगा खान का कप भी हुंदा है, ਤੁਹਾਨੂੰ ਪਤਾ ਹੋਣਾ ਚਾਹੀਦਾ ਕਿਸ ਗੇਮ ਨਾਲ ਰਿਲੇਟਡ ਹੈ। ਤੁਹਾਡੇ ਪੇਪਰ 'ਚ ਸ਼ਾਇਦ ਨਾ ਪੁੱਛੇ ਬਟ ਹਾਂ ਐਗਜ਼ੈਕਟਿਵ ਦੇ ਪੇਪਰ 'ਚ ਪੁੱਛਿਆ ਜਾਂਦਾ ਹੈ। ਸਲੀਮੁल्लाह ਖਾਨ ਐਂਡ ਆਗਾ ਖਾਨ ਇਹ ਦੋ ਇੰਪੋਰਟੈਂਟ ਪਰਸਨੈਲਿਟੀ ਹੈ ਜਿਨ੍ਹਾਂ ਨੇ ਤੁਹਾਨੂੰ ਮੁਸਲਿਮ ਲੀਗ ਦਿੱਤੀ, ਠੀਕ ਹੈ। ਮੁਸਲਿਮ ਲੀਗ ਫਾਊਂਡ ਹੋਣ ਵੇਲੇ ਗਵਰਨਰ ਕਰਜ਼ਨ ਨਹੀਂ ਸੀ। ਕਿਉਂ? ਕਿਉਂਕਿ ਕਰਜ਼ਨ ਦੀ ਗਲਤੀ ਨਾਲ स्वदेशी मूवमेंट ਸ਼ੁਰੂ ਹੋਈ। ਤਾਂ ਉਸ ਗਲਤੀ ਨੂੰ ਠੀਕ ਕਰਨ ਲਈ, स्वदेशी मूवमेंट ਨੂੰ ਤੋੜਨ ਲਈ ਹਿੰਦੂ ਮੁਸਲਿਮ ਨੂੰ ਡਿਫਰੈਂਟ ਕਰਨਾ ਸੀ, ਅਲੱਗ-ਅਲੱਗ ਕਰਨਾ ਸੀ, ਵੱਖ-ਵੱਖ ਕਰਨਾ ਸੀ, ਡਿਫਰੈਂਟ ਨਹੀਂ ਕਰਨਾ ਸੀ, ਉਹਨਾਂ ਨੂੰ ਸੈਪਰੇਟ ਕਰਨਾ ਸੀ, ਠੀਕ ਹੈ। ਤਾਂ ਸੈਪਰੇਟ ਕਰਨ ਵਾਸਤੇ ਕੋਈ ਸਮਝਦਾਰ ਬੰਦਾ ਚਾਹੀਦਾ। ਤਾਂ ਦਿਮਾਗ ਦੀ ਬੱਤੀ ਕਿਸ ਨਾਲ ਚੱਲਦੀ ਹੈ? ਮੈਂਟੋਸ, ਠੀਕ ਹੈ। ਤਾਂ ਯਾਦ ਕਰਨ ਦਾ ਤਰੀਕਾ ਕੀ ਹੈ? ਮੁਸਲਿਮ ਲੀਗ ਜਦ ਫਾਊਂਡ ਹੋਈ ਗਵਰਨਰ ਕੌਣ ਸੀ? ਪੁੱਛਦਾ ਹੈ ਤੁਹਾਨੂੰ, ਲਾਰਡ ਮੋਰਲੇ ਮਿੰਟੋ, ਠੀਕ ਹੈ। ਲਾਰਡ ਮੋਰਲੇ ਮਿੰਟੋ ਤੁਹਾਡਾ ਉਸ ਟਾਈਮ ਤੇ ਗਵਰਨਰ ਸੀ ਜੀ, ਠੀਕ ਹੈ। ਤੇ ਲਾਰਡ ਮੋਰਲੇ ਮਿੰਟੋ ਨੇ ਦਿਮਾਗ ਦੀ ਬੱਤੀ ਚਲਾਈ, ਕਾਂਗਰਸ ਨੂੰ ਚੈਲੰਜ ਕਰਨ ਲਈ ਮੁਸਲਿਮ ਲੀਗ ਫਾਊਂਡ ਕੀਤੀ, ਠੀਕ ਹੈ। ਤੇ ਇੱਕ ਵਾਅਦਾ ਕੀਤਾ ਕਿ ਜਦੋਂ ਇੰਡੀਅਨ ਕਾਉਂਸਲ ਐਕਟ ਆਏਗਾ ਫਿਊਚਰ ਦੇ ਵਿੱਚ, 1909 ਦੇ ਵਿੱਚ ਆਏਗਾ, ਉਹ 1909 ਦੇ ਵਿੱਚ, ਮੈਂ ਤੁਹਾਨੂੰ ਸੈਪਰੇਟ ਇਲੈਕਟੋਰਲ ਦੇ ਦੇਵਾਂਗਾ, ਠੀਕ ਹੈ। ਤਾਂ ਮੁਸਲਿਮ ਲੀਗ ਖੁਸ਼ ਹੋ ਗਈ ਤੇ ਇੱਕ ਤਰੀਕੇ ਨਾਲ ਤੁਹਾਡੇ ਸੈਪਰੇਟ ਹੋ ਗਏ ਕ੍ਰਾਂਤੀਕਾਰੀ ਮੁਸਲਿਮ ਹਿੰਦੂ ਵੱਖ-ਵੱਖ ਹੋ ਗਏ ਤੇ स्वदेशी मूवमेंट ਕਮਜ਼ੋਰ ਪੈਣੀ ਸ਼ੁਰੂ ਹੋ ਗਈ ਮੋਰਲੇ ਮਿੰਟੋ ਦੇ ਇਸ ਸਟੈਪ ਦੇ ਨਾਲ। ਅੱਗੇ ਵਧਦੇ ਹਾਂ ਜੀ। ਤੁਹਾਡਾ ਮੋਡਰੇਟ ਹੈ ਨਾ 1905 ਤੱਕ ਇਸੇ ਲਈ ਸੀ ਕਿਉਂਕਿ ਇਹ 1905 ਦੇ ਵਿੱਚ ਪਾਰਟੀਸ਼ਨ ਆਫ ਬੰਗਾਲ ਹੋ ਗਈ ਤੇ ਜੋ ਐਕਸਟ੍ਰੀਮਿਸਟ ਸੀਗੇ, ਮੋਡਰੇਟ ਹੁੰਦੇ ਨਰਮ ਦਲ, ਐਕਸਟ੍ਰੀਮਿਸਟ ਹੁੰਦੇ ਗਰਮ ਦਲ। ਤਾਂ ਗਰਮ ਦਲ ਦੇ ਜੋ ਲੋਕ ਥੇ ਉਹਨੂੰ ਬੜਾ ਗੁੱਸਾ ਆਇਆ ਕਿ ਕਾਂਗਰਸ ਨੇ ਪਾਰਟੀਸ਼ਨ ਆਫ ਬੰਗਾਲ ਕਿਸ ਤਰ੍ਹਾਂ ਹੋਣ ਦਿੱਤੀ, ਇਹਨਾਂ ਦੀ ਕੋਈ ਬਸ 'ਚ ਗੱਲ ਸੀ ਨਹੀਂ, ਹੁਣ ਤੱਕ ਪੈਟੀਸ਼ਨ ਖੇਲ ਰਹੇ ਸੀ ਕਾਂਗਰਸ ਵਾਲੇ। ਤਾਂ 1905 ਤੋਂ ਲੈ ਕੇ 1919 ਨੂੰ ਮੰਨਿਆ ਜਾਂਦਾ ਹੈ ਐਕਸਟ੍ਰੀਮਿਸਟ ਐਰਾ,
ठीक है एक्सट्रीमिस्ट एरा च तीन इंपोर्टेंट नेम होंगे, लाल, बाल, पाल। ठीक है, बाल बाल गंधार तिलक, पाल बिपिन चंद्रा पाल, लाल लाला लाजपत राय। ठीक है, ये तीन नेम इंपोर्टेंट है ਤੁਹਾਡੇ, लाल बाल पाल। ठीक है, ये तीनों जुड़े हुए हैं। मैं नाम भी दसे, ਤੁਹਾਨੂੰ नाम भी पता होना चाहिए, पूछ सकता है विच ऑफ द फॉलोइंग इज लाल इन लाल बाल पाल या बाल इन लाल बाल पाल। ठीक है, ਤਿੰਨਾਂ ਦੇ ਨਾਮ। ਤਾਂ 1907 ਤੱਕ ਅਸੀਂ 6 ਤੱਕ ਪਹੁੰਚ ਗਏ ਸੀ। ਉਸ ਤੋਂ ਬਾਅਦ ਹੁੰਦਾ ਕੀ ਹੈ ਜੀ, ਸਪਲਿਟ ਆਫ ਮੋਡਰੇਟਸ ਐਂਡ ਐਕਸਟ੍ਰੀਮਿਸਟ। स्प्लिट ऑफ मॉडरेट एंड एक्सट्रीमिस्ट। कांग्रेस दो हिस्सों में बट गई जी, मॉडरेट्स अलग हो गए, एक्सट्रीमिस्ट अलग हो गए। किस साल? 1907 ਦੇ ਵਿੱਚ, क्योंकि 6 ਦੇ ਵਿੱਚ ਮੁਸਲਿਮ ਲੀਗ ਆਈ। ਜੋ ਗਰਮ ਗੱਲ ਸੀ ਉਸਨੂੰ ਬਹੁਤ ਗੁੱਸਾ ਆਇਆ ਕਿ ਯਾਰ ਪਹਿਲਾਂ ਤਾਂ ਤੁਸੀਂ ਪਾਰਟੀਸ਼ਨ ਆਫ ਬੰਗਾਲ ਕਰਵਾਤੀ, ਤੁਸੀਂ ਕੁਝ ਨਹੀਂ ਬੜਾ ਸਟੈਪ ਚੱਕਿਆ। ਫਿਰ ਮੁਸਲਿਮ ਲੀਗ ਬਣ ਗਈ। ਠੀਕ ਹੈ, ਇੱਕ ਹੋਰ ਵੱਡੀ ਸਿਰਦਰਦੀ ਇੰਡੀਅਨਸ ਦੇ ਲਈ। ਸਮਝਦਾਰ ਲੋਕਾਂ ਨੂੰ ਤਾਂ ਪਤਾ ਸੀ ਕਿ ਇਹ ਫੁੱਟ ਪਾਓ ਰਾਜ ਕਰੋ ਦੀ ਨੀਤੀ ਤੇ ਚੱਲਦੇ ਆ। ਤਾਂ 1907 ਵਿੱਚ ਫਾਈਨਲੀ ਉਹ ਦਿਨ ਆਇਆ ਜਦ ਸਪਲਿਟ ਹੁੰਦੀ ਹੈ ਕਾਂਗਰਸ ਦੀ ਮੋਡਰੇਟਸ ਐਂਡ ਐਕਸਟ੍ਰੀਮਿਸਟ ਦੇ ਵਿੱਚ। ਸੈਸ਼ਨ ਸੀ ਤੁਹਾਡਾ ਜੀ ਹੈ सूरत एंड प्रेसिडेंट सी कांग्रेस दे रास बिहारी बोस। ठीक है, पूछा है पहला भी ये क्वेश्चन, हु वाज द प्रेसिडेंट ऑफ कांग्रेस व्हेन स्प्लिट बिटवीन मॉडरेट्स एंड एक्सट्रीमिस्ट हैपेंड। ठीक है, तो रास बिहारी बोस सी सूरत सैशन स्प्लिट मॉडरेट्स एंड एक्सट्रीमिस्ट। एक बार सैशन जरूर चैक कर लियो। ठीक है, क्योंकि मैं बहुत जल्दी सारे फैक्ट अपने भी रिवाइज कर रहा, देख के नहीं पढ़ा रहा ਤੁਹਾਨੂੰ। ठीक है, तो जिन्ना जिन्ना मेरे दिमाग च आ रहा है बेस्ट नॉलेज मैं अपनी ਤੁਹਾਡੇ ਨਾਲ शेयर कर रहा, घट तो घट टाइम ਦੇ ਵਿੱਚ ਵੱਧ ਤੋਂ ਵੱਧ आउटपुट। ठीक है, ਅੱਗੇ है 1907 ਤੋਂ ਬਾਅਦ ਸਭ ਤੋਂ ਇੰਪੋਰਟੈਂਟ ईयर आएगा जी 1909। बहुत बार पीपीएससी ने यह क्वेश्चन पूछा है 1909 किस तो इंडियन काउंसिल एक्ट। इसका होर नेम की है मोरले मिंटो रिफॉर्म्स। पेपर च क्वेश्चन की आंदा इंडियन काउंसिल एक्ट इज आल्सो नोन एज which of the following दैट इज मोरले मिंटो रिफॉर्म्स। तो मोरले मिंटो रिफॉर्म्स जो होए ਤੁਹਾਡੇ, मोरले मिंटो ने मुस्लिम लीग बनवाई सी स्वदेशी मूवमेंट ਨੂੰ ਤੋੜਨ ਲਈ। 1909 ਦੇ ਵਿੱਚ ਜਦੋਂ ਇੰਡੀਅਨ ਕਾਉਂਸਿਲ ਐਕਟ ਆਇਆ ਤਾਂ ਉਸਨੇ ਆਪਣਾ ਵਾਅਦਾ ਪੂਰਾ ਕੀਤਾ ਮੁਸਲਿਮਸ ਨਾਲ। ਕੀ ਕਰਕੇ? ਸੈਪਰੇਟ ਇਲੈਕਟੋਰਲਸ। ਠੀਕ ਹੈ, ਸੈਪਰੇਟ ਇਲੈਕਟੋਰਲਸ ਵੀ ਇਹ ਸਾਰੇ ਇੱਕ ਹੀ ਪੁਆਇੰਟ ਹਨ। 1909 ਦੇ ਵਿੱਚ ਹੋਇਆ ਸੀ ਸਾਰਾ ਕੁਝ। ਠੀਕ ਹੈ, ਤਾਂ ਮੁਸਲਿਮਸ ਨੂੰ ਸੈਪਰੇਟ ਇਲੈਕਟੋਰਲ ਮਿਲ ਗਏ ਕਿਸ ਸਾਲ ਦੇ ਵਿੱਚ? 1909 ਦੇ ਵਿੱਚ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਬਿਗੇਸਟ ਆਊਟਕਮ ਆਫ ਇੰਡੀਅਨ ਕਾਉਂਸਿਲ ਐਕਟ 1909। ਜੇ ਕੁਐਸਚਨ ਆਇਆ ਆਨਸਰ ਹੋਏਗਾ ਸੈਪਰੇਟ ਇਲੈਕਟੋਰਲਸ, ਰਿਲੀਜਨ ਬੇਸਡ। ਠੀਕ ਹੈ, ਇਸ ਤੋਂ ਬਾਅਦ ਅੱਗੇ ਵਧੋ ਜੀ 1911। 1911 ਦੇ ਵਿੱਚ ਕਿਉਂ ਇੰਪੋਰਟੈਂਟ ਹੈ? ਇਸ ਸਾਲ ਹੋਇਆ ਜੀ ਦਿੱਲੀ ਦਰਬਾਰ। ਦਿੱਲੀ ਦਰਬਾਰ क्या है? पहले इंडिया की कैपिटल सी कैलकटा बंगाल। ठीक है, बाद विच कैपिटल चेंज होकर दिल्ली बनाई गई। उसका कारण भी है जो 1905 ਦੇ ਵਿੱਚ पार्टीशन ऑफ बंगाल हुई, दंगे होने शुरू हो गए तो कोई भी कंट्री अपनी कैपिटल उत्थे नहीं रखती जिथे माहौल हमेशा खराब रहे। ठीक है, अनसर्टेनिटी रहे। दिल्ली दरबार होया जी, नाम तो ही समझ आ गया होगा। कैपिटल ऑफ इंडिया शिफ्ट टू दिल्ली। ठीक है, दिल्ली ਤੁਹਾਡੀ कैपिटल शिफ्ट हो जाती है। किंग जॉर्ज 5 आया सी इस दे विच, ये मैं नहीं लिख रहा, तुम दस रहा, तुम लिख भी सकते हो। किंग जॉर्ज 5 पूछदा की है गवर्नर कौन सी? ਤੁਹਾਨੂੰ रैंडमली नहीं पूछेगा कौन गवर्नर सी। देखो पूछ सकता है विच ऑफ द फॉलोइंग वाज गवर्नर ऑफ इंडिया इन 1857? लॉर्ड कैनिंग। 1885 डफर, कांग्रेस बनी, डफरिन, कनेक्ट करके पढ़ो। 1905 कर्जन, पार्टीशन ऑफ बंगाल, कर्जन। 1906 मुस्लिम लीग, दिमाग की बत्ती जला दे, लॉर्ड मोरले मिंटो।
1911 ਕੈਪੀਟਲ ਸ਼ਿਫਟ ਕਰਨਾ ਬਹੁਤ ਹੀ ਹਾਰਡ ਡਿਸੀਜਨ ਹੈ। ਤੁਹਾਡਾ ਪੋਲੀਟੀਕਲ ਕੈਰੀਅਰ ਖਤਮ ਹੋ ਸਕਦਾ ਜੇ ਇੰਡੀਆ ਦੀ ਕੈਪੀਟਲ ਦਿੱਲੀ ਤੋਂ ਸ਼ਿਫਟ ਕਰ ਦੇਵੇ ਕੋਈ, ਠੀਕ ਹੈ। ਤਾਂ ਗਵਰਨਰ ਲਈ ਇੱਕ ਬਹੁਤ ਹਾਰਡ ਡਿਸੀਜਨ ਹੈ ਕੈਪੀਟਲ ਸ਼ਿਫਟ ਕਰਨਾ। ਤਾਂ ਗਵਰਨਰ ਦੇ ਨਾਮ ਵਿੱਚ ਹੀ ਹਾਰਡ ਹੈ ਜੀ, ਲੋਰਡ ਹਾਰਡਿੰਗ, ਠੀਕ ਹੈ। ਲੋਰਡ ਹਾਰਡਿੰਗ ਨਾਮ ਵਿੱਚ ਹਾਰਡ ਹੈ, ਬਸ ਹਾਰਡ ਯਾਦ ਰੱਖੋ। ਇੱਕ ਹੀ ਆਪਸ਼ਨ ਤੁਹਾਨੂੰ ਹਾਰਡ ਦਿਖਾਈ ਦੇਵੇਗਾ 1911 ਦੇ ਵਿੱਚ, ਠੀਕ ਹੈ। ਪਾਰਟੀਸ਼ਨ ਆਫ ਬੰਗਾਲ ਹੋਈ। ਪਾਰਟੀਸ਼ਨ ਤੋਂ ਬਾਅਦ ਮੈਂ ਦੱਸਿਆ ਹਮੇਸ਼ਾ ਨਵੀਂ ਪਾਵਰ ਖੜੀ ਹੁੰਦੀ ਹੈ, ਤੇ ਜਦੋਂ ਤੁਹਾਡੀ ਕੈਪੀਟਲ ਵੀ ਸ਼ਿਫਟ ਹੋਏਗੀ ਦਿੱਲੀ ਦੇ ਵਿੱਚ ਤਾਂ ਇੱਕ ਨਵੀਂ ਪੋਲੀਟੀਕਲ ਪਾਰਟੀ ਆਏਗੀ। ਮੁਸਲਿਮ ਲੀਗ ਨੂੰ ਬਣਨ 'ਚ 1 ਸਾਲ ਲੱਗਿਆ, ਪਰ ਦਿੱਲੀ ਦਾ ਉਸ ਵੇਲੇ ਨੇਬਰ ਕੌਣ ਸੀ? ਆਪਾਂ, ਪੰਜਾਬ। ਤੇ ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਪਾਰਟੀ ਫਾਰਮ ਹੋਣ ਜਾ ਰਹੀ ਹੈ, ਗਦਰ ਪਾਰਟੀ, ਠੀਕ ਹੈ। 1913 ਦੇ ਵਿੱਚ ਤੁਹਾਡੀ ਗਦਰ ਪਾਰਟੀ ਫਾਊਂਡ ਹੁੰਦੀ ਹੈ। ਸਭ ਤੋਂ ਇੰਪੋਰਟੈਂਟ ਫੈਕਟ ਹੈ ਕਿੱਥੇ ਹੋਈ ਸੀ, ਠੀਕ ਹੈ, ਸੈਨ ਫ੍ਰਾਂਸਿਸਕੋ। ਸੈਨ ਫ੍ਰਾਂਸਿਸਕੋ। ਪੰਜਾਬੀ ਪਹਿਲਾਂ ਤੋਂ ਹੀ ਬਹੁਤ ਅਮੀਰ ਹੈ। ਸੈਨ ਫ੍ਰਾਂਸਿਸਕੋ, ਠੀਕ ਹੈ। ਫੋਰਨ ਵਿੱਚ ਜਾ ਕੇ ਪਾਰਟੀ ਬਣਾਈ, ਠੀਕ ਹੈ। ਫਾਊਂਡਰ ਕੌਣ ਹੈ? ਇਸ ਤੇ ਤੁਹਾਨੂੰ ਫਾਊਂਡਰ ਵੀ ਪੁੱਛ ਸਕਦਾ ਹੈ, ਕਿਉਂਕਿ ਪੰਜਾਬ ਨਾਲ ਜੁੜਿਆ ਹੋਇਆ ਕੁਐਸਚਨ ਹੈ, ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ। ਫਾਊਂਡਰ ਇਸ ਦੇ ਰਹਿਣਗੇ ਜੀ ਲਾਲਾ ਹਰਦਿਆਲ। ਐਂਡ ਪ੍ਰੈਜ਼ੀਡੈਂਟ ਕੌਣ ਸੀ? ਬੜਾ ਇੰਪੋਰਟੈਂਟ ਨੇਮ ਹੈ, ਸੋਹਨ ਸਿੰਘ ਭਕਨਾ, ਠੀਕ ਹੈ। ਤਾਂ 1905 ਚ ਪਾਰਟੀਸ਼ਨ ਆਫ ਬੰਗਾਲ, ਪੋਲੀਟੀਕਲ ਪਾਰਟੀ ਆ ਗਈ, ਕੌਣ? ਮੁਸਲਿਮ ਲੀਗ। 1911 ਦੇ ਵਿੱਚ ਕੈਪੀਟਲ ਸ਼ਿਫਟ ਹੋਏਗੀ, ਗਵਾਂਢੀ ਅਸੀਂ ਪੰਜਾਬ, ਸਾਨੂੰ ਵੀ ਇੱਕ ਪਾਰਟੀ ਚਾਹੀਦੀ ਹੈ, ਤਾਂ ਅਸੀਂ ਕਿਹੜੀ ਪਾਰਟੀ ਬਣਾਈ ਜੀ? ਗਦਰ ਪਾਰਟੀ। ਕਨੈਕਟ ਕਰਕੇ ਪੜੋ, ਬਹੁਤ ਸੌਖਾ ਹੈ। 2 ਵਾਰ ਵੀਡੀਓ ਦੇਖ ਲਓ, ਕਦੇ ਵੀ ਤੁਹਾਨੂੰ ਫੈਕਟਸ ਭੁੱਲਣਗੇ ਨਹੀਂ। ਇਸ ਤੋਂ ਬਾਅਦ ਅੱਗੇ ਵਧਦੇ ਹਾਂ ਜੀ। 1913 ਦੇ ਵਿੱਚ ਤੁਹਾਡਾ ਕੀ ਹੋਇਆ ਜੀ? ਗਦਰ ਪਾਰਟੀ ਬਣੀ। 1914 ਚ ਕੀ ਹੋਇਆ? ਵਰਲਡ ਵਾਰ ਸ਼ੁਰੂ ਹੋ ਜਾਂਦੀ ਹੈ, ਵਰਲਡ ਵਾਰ 1। ਜਿੱਦਾਂ ਵਰਲਡ ਕੱਪ ਤੁਹਾਡਾ 4 ਸਾਲ ਬਾਅਦ ਆਉਂਦਾ ਹੈ ਨਾ ਕ੍ਰਿਕਟ ਦਾ, ਠੀਕ ਹੈ, ਉਸੇ ਤਰ੍ਹਾਂ ਵਰਲਡ ਵਾਰ ਵੀ 4 ਸਾਲ ਚੱਲੀ। ਤਾਂ ਤੁਸੀਂ ਲਿਖ ਸਕਦੇ ਹੋ 1914 to 1918। ਤੇ ਵਰਲਡ ਵਾਰ 1 ਤੋਂ ਬਾਅਦ ਇੱਕ ਇੰਪੋਰਟੈਂਟ ਇਵੈਂਟ ਹੋਣ ਜਾ ਰਿਹਾ ਹੈ ਜੀ, ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ। ਇਹ ਸਟੇਟਮੈਂਟ ਕਿਸ ਦੀ ਹੈ? ਗੂਗਲ ਕਰੋ, ਠੀਕ ਹੈ। ਲਾਲ ਬਾਲ ਪਾਲ ਵਿੱਚੋਂ ਕੋਈ ਇੱਕ ਮਿਲੇਗਾ, ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ, ਠੀਕ ਹੈ। ਮੈਂ ਤੁਹਾਨੂੰ ਦੱਸ ਨਹੀਂ ਰਿਹਾ, ਕੁਝ ਫੈਕਟਸ ਮੈਂ ਗੂਗਲ ਕਰਨ ਨੂੰ ਕਹੂੰਗਾ, ਕਿਉਂਕਿ ਉਹ ਬਹੁਤ ਇੰਪੋਰਟੈਂਟ ਹੈ। ਤੁਸੀਂ ਖੁਦ ਗੂਗਲ ਕਰੋਗੇ, ਤੁਹਾਡੇ ਦਿਮਾਗ ਵਿੱਚ ਛਪ ਜਾਏਗਾ, ਠੀਕ ਹੈ। ਫੋਟੋ ਵੀ ਆਏਗੀ ਗੂਗਲ ਤੇ ਉਹਨਾਂ ਦੀ। ਤੇ ਵਰਲਡ ਵਾਰ 1 ਸ਼ੁਰੂ ਹੁੰਦੀ ਹੈ। ਐਂਡ 1915 ਦੇ ਵਿੱਚ ਮਹਾਤਮਾ ਗਾਂਧੀ ਰਿਟਰਨ ਟੂ ਇੰਡੀਆ, ਠੀਕ ਹੈ। ਪੁੱਛ ਸਕਦਾ ਹੈ ਮਹਾਤਮਾ ਗਾਂਧੀ ਨੂੰ ਕਿੱਥੇ ਟ੍ਰੇਨ ਚੋਂ ਧੱਕਾ ਮਾਰ ਕੇ ਬਾਹਰ ਕੱਢਿਆ ਗਿਆ ਸੀ? ਡਰਬਨ ਦੇ ਵਿੱਚ, ਸਾਊਥ ਅਫਰੀਕਾ। ਮਹਾਤਮਾ ਗਾਂਧੀ ਦੇ ਪੋਲੀਟੀਕਲ ਗੁਰੂ ਗੋਪਾਲ ਕਿਸ਼ਨ ਗੋਖਲੇ। ਮਹਾਤਮਾ ਗਾਂਧੀ ਕਿਸ ਦੀ ਰਾਈਟਿੰਗਸ ਤੋਂ ਇਨਸਪਾਇਰਡ ਸੀ? ਲਿਓ ਟੋਲਸਟੋਏ, ਠੀਕ ਹੈ। ਇਹ 3 ਮੈਂ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ ਹੈ। ਮਹਾਤਮਾ ਗਾਂਧੀ ਦਾ ਜਨਮ ਹੋਇਆ ਸੀ ਜੀ 1869। ਜੇ ਰੀਜ਼ਨਿੰਗ ਚ ਕੁਐਸਚਨ ਆ ਜਾਏ ਮਹਾਤਮਾ ਗਾਂਧੀ ਕਿਸ ਦਿਨ ਪੈਦਾ ਹੋਏ ਸੀ, ਤਾਂ ਉਹ ਡੇ ਨਹੀਂ ਪੁੱਛ ਰਿਹਾ ਤੁਹਾਨੂੰ, ਡੇ ਪੁੱਛ ਰਿਹਾ, ਡੇਟ ਨਹੀਂ, ਡੇ, ਕਿਸ ਦਿਨ। ਕੈਲੰਡਰ ਦਾ ਕੁਐਸਚਨ ਹੈ। ਯਾਦ ਕਰਨ ਦੀ ਟ੍ਰਿਕ ਕੀ ਹੈ? ਸ਼ਨੀਵਾਰ। ਅੰਗਰੇਜ਼ਾਂ ਦਾ ਸ਼ਨੀ ਭਾਰੀ, ਗਾਂਧੀ ਜੀ ਪੈਦਾ ਹੋ ਗਏ ਸਾਡੇ, ਠੀਕ ਹੈ। ਤਾਂ 2 ਅਕਤੂਬਰ 1869 ਕੈਲੰਡਰ ਚੈਪਟਰ ਚੋਂ ਕਰੋਗੇ, 1 ਮਿੰਟ ਲੱਗੇਗਾ ਕੈਲਕੂਲੇਟ ਕਰਨ ਨੂੰ। ਟ੍ਰਿਕ ਕੀ ਹੈ? ਅੰਗਰੇਜ਼ਾਂ ਦਾ ਸ਼ਨੀ ਭਾਰੀ, ਗਾਂਧੀ ਜੀ ਪੈਦਾ ਹੋ ਗਏ ਸ਼ਨੀਵਾਰ ਨੂੰ, ਠੀਕ ਹੈ। ਇਸ ਤਰ੍ਹਾਂ ਦੀ ਬਹੁਤ ਸਾਰੀ ਟ੍ਰਿਕਸ ਤੁਹਾਨੂੰ ਮੈਂ ਇਸ 2 ਵੀਡੀਓਜ਼ ਦੇ ਵਿੱਚ ਦਊਂਗਾ, ਤੁਹਾਨੂੰ ਬਹੁਤ ਫਾਇਦਾ ਹੋਏਗਾ, ਟਰਸਟ ਮੀ। ਤਾਂ 1915 ਵਿੱਚ ਗਾਂਧੀ ਜੀ ਰਿਟਰਨ ਟੂ ਇੰਡੀਆ, ਠੀਕ ਹੈ। ਜੇ ਤੁਹਾਨੂੰ ਡੇ ਪੁੱਛ ਲਏ, ਕਿਉਂਕਿ ਇਹ ਕੁਐਸਚਨ ਪੁੱਛਿਆ ਗਿਆ ਹੈ ਗਾਂਧੀ ਜੀ ਕਿਸ ਦਿਨ ਇੰਡੀਆ ਵਾਪਿਸ ਆਏ ਸੀ, ਉਸ ਦਿਨ ਨੂੰ ਤੁਸੀਂ ਕਹਿੰਦੇ ਹੋ NRI ਡੇ। ਗੂਗਲ ਕਰੋ। 9 ਦਸੰਬਰ ਹੈ, 8 ਦਸੰਬਰ ਹੈ, ਮੈਂ 4 ਆਪਸ਼ਨ ਦੇ ਰਿਹਾ। 9 ਦਸੰਬਰ, 8 ਦਸੰਬਰ, 9 ਜਨਵਰੀ, 8 ਜਨਵਰੀ। ਚਾਰਾਂ ਚੋਂ ਇੱਕ ਪੱਕਾ ਆਨਸਰ ਹੋਏਗਾ। ਵੈਨ ਗਾਂਧੀ ਜੀ ਰਿਟਰਨ ਟੂ ਇੰਡੀਆ, ਉਹ ਡੇ ਨੂੰ ਆਪਾਂ NRI ਡੇ ਕਹਿੰਦੇ ਹਾਂ। ਪੰਜਾਬ ਦੇ ਵਿੱਚ ਬਹੁਤ ਸਾਰੇ NRI ਹਨ, ਤਾਂ ਇਹ ਵੀ ਕੁਐਸਚਨ ਪੁੱਛ ਸਕਦਾ ਹੈ ਕਿ ਵਿਚ ਆਫ ਦਾ ਫੋਲੋਇੰਗ ਇਜ਼ ਆਲਸੋ ਨੋਨ ਐਜ਼ NRI ਡੇ। 4 ਡੇਟਸ, ਚਾਰੋਂ ਆਪਸ਼ਨ ਮੈਂ ਦੱਸਤੀਆਂ। 9 ਦਸੰਬਰ, 8 ਦਸੰਬਰ, 9 ਜਨਵਰੀ, 8 ਜਨਵਰੀ। ਗੂਗਲ ਕਰੋ, ਫਾਇਦਾ ਮਿਲੇਗਾ ਇਸ ਚੀਜ਼ ਦਾ, ਠੀਕ ਹੈ। ਅੱਗੇ ਆਓ।
1916 ਦੇ ਵਿੱਚ ਇੱਕ ਲਖਨਊ ਪੈਕਟ ਹੋਏਗਾ। ਲਖਨਊ ਪੈਕਟ ਕੀ ਹੈ ਜੀ? ਹਿਸਟਰੀ ਵਿੱਚ ਪਹਿਲੀ ਵਾਰ ਹੋਇਆ ਕਿ ਮੁਸਲਿਮ ਲੀਗ, ਐਕਸਟ੍ਰੀਮਿਸਟ, ਮੋਡਰੇਟਸ ਇੱਕ ਬੈਂਚ ਤੇ ਆ ਕੇ ਗੱਲ ਕਰਨ ਲਈ ਤਿਆਰ ਹੋ ਗਏ, ਠੀਕ ਹੈ। ਤੇ 1916 ਦੇ ਵਿੱਚ ਹੋਇਆ ਲਖਨਊ ਪੈਕਟ, ਠੀਕ ਹੈ। ਲਖਨਊ ਪੈਕਟ ਵਿੱਚ ਕੀ ਹੋਇਆ? ਸਰੋਜਨੀ ਨਾਇਡੂ ਦੀ ਨੈਕਸਟ ਡੇ ਨਿਊਜ਼ਪੇਪਰ 'ਚ ਇੱਕ ਸਭ ਤੋਂ ਇੰਪੋਰਟੈਂਟ ਸਟੇਟਮੈਂਟ ਆਈ ਕਿ ਮੁਹੰਮਦ ਅਲੀ ਜਿੰਨਾ ਇਜ਼ ਅੰਬੈਸਡਰ ਆਫ ਹਿੰਦੂ ਮੁਸਲਿਮ ਯੂਨਿਟੀ, ਠੀਕ ਹੈ। ਪੁੱਛ ਸਕਦਾ ਹੈ ਮੁਹੰਮਦ ਅਲੀ ਜਿੰਨਾ ਇਜ਼ ਅੰਬੈਸਡਰ ਆਫ ਹਿੰਦੂ ਮੁਸਲਿਮ ਯੂਨਿਟੀ, ਇਨਵਰਟਡ ਕੋਮਾਸ, ਹੂ ਗੇਵ ਦੈਟ ਸਟੇਟਮੈਂਟ? ਸਰੋਜਨੀ ਨਾਇਡੂ। ਸਰੋਜਨੀ ਨਾਇਡੂ ਇੰਡੀਆ ਦੀ ਫਸਟ ਗਵਰਨਰ ਸੀ, ਫੀਮੇਲ ਗਵਰਨਰ ਇੰਡੀਪੈਂਡੈਂਸ ਤੋਂ ਬਾਅਦ ਕਿਸੇ ਸਟੇਟ ਦੀ, ਠੀਕ ਹੈ। ਸਰੋਜਨੀ ਨਾਇਡੂ, ਲੇਡੀ ਨਾਈਟੈਂਗਲ ਵੀ ਕਹਿੰਦੇ ਹਾਂ ਸਰੋਜਨੀ ਨਾਇਡੂ ਨੂੰ। ਮੈਨੂੰ ਉਮੀਦ ਹੈ ਤੁਸੀਂ ਪੜ੍ਹਿਆ ਹੈ ਪਹਿਲਾਂ, ਮੈਂ ਬਸ ਰਿਵਾਈਜ਼ ਕਰਵਾ ਰਿਹਾ ਹਾਂ। ਤੁਸੀਂ ਪਹਿਲਾਂ ਨਹੀਂ ਪੜ੍ਹਿਆ ਤਾਂ ਲਿਖ ਵੀ ਲਿਓ ਨਾਲ ਦੀ ਨਾਲ, ਤੁਹਾਨੂੰ ਪੇਪਰ 'ਚ 1-2 ਕੁਐਸਚਨ ਆ ਗਏ ਇੱਥੋਂ, ਮੇਰੀ ਵੀਡੀਓ ਬਣਾਉਣਾ ਸਫਲ ਹੋ ਜਾਏਗਾ ਜੀ, ਠੀਕ ਹੈ। 1916 ਲਖਨਊ ਪੈਕਟ ਲਿਖੋ, ਮੋਡਰੇਟਸ ਪਲਸ ਐਕਸਟ੍ਰੀमिस्ट प्लस मुस्लिम लीग, ठीक है। ये तीनों एक बेंच ते आके गल करते हैं। पूछ सकते हैं लखनऊ पैक्ट कदों होया सी? 1916 ते सरोजनी नायडू की स्टेटमेंट मुहम्मद अली जिन्ना इज एंबेसडर ऑफ हिंदू मुस्लिम यूनिटी, ठीक है। आगे बढ़ते हैं जी। तो 1915 गांधी जी इंडिया वापस आते हैं। सब तो पहला गांधी जी दी कुछ बुक्स लिख लो। हुण मैं महात्मा गांधी जी बारे थोड़ी इन्फॉर्मेशन शेयर करदा तुहाडे नाल। महात्मा गांधी जी आजकल न्यूज़ विच ज़्यादा आ रहे हैं, तुहानूं पता होएगा। अरविंद केजरीवाल जी की स्टेटमेंट आ गई है कि करंसी नोट्स ते महात्मा गांधी के नाल नाल गणपति, सरस्वती माता इन्हां दी फोटो लगाई जाए तो करंट अफेयर के सिनेरियो च महात्मा गांधी उत्ते क्वेश्चन बन सकता है। महात्मा गांधी पहला इन्हां दी बुक्स लिख लो। इन्हां दा बर्थ शनिवार नूं होया सी, मैं दस चुकिया। बुक्स है इन्हां दी इंपोर्टेंट, हिंद स्वराज, माई एक्सपेरिमेंट्स, विद ट्रूथ, ठीक है। लिख लो, इंपॉर्टेंट है काफी। माई एक्सपेरिमेंट विद ट्रूथ, दोनों बुक्स। होर बुक्स भी तुसी गूगल कर सकते हो, पर पीपीएससी ने इत्थों क्वेश्चन बहुत पूछे हैं तो मैं ज़्यादा समा नहीं खराब कर सकता 1-1 घंटे की वीडियो के विच, क्योंकि पूरी मॉडर्न हिस्ट्री पढ़ाने नूं 8 ਤੋਂ 10 ਲੈਕਚਰ चाहिए घट तो घट। मैं 2 घंटे विच ਉਹੀ पॉइंट्स कवर कर रहे हैं ਜਿਹੜੇ बहुत इंपॉर्टेंट है ਤੁਹਾਡੇ रिवीजन परस्पैक्टिव ਤੋਂ। ਉਸ ਤੋਂ ਬਾਅਦ ਗਾਂਧੀ ਜੀ ਨੇ 1917 ਦੇ ਵਿੱਚ ਇੱਕ ਤਾਂ ਤੁਹਾਡਾ ਬਣਿਆ, ਕੀ ਬਣਿਆ ਸੀ ਜੀ 1917? ਸਾਬਰਮਤੀ ਆਸ਼ਰਮ, ਠੀਕ ਹੈ। ਸਾਬਰਮਤੀ ਆਸ਼ਰਮ ਫਾਊਂਡਡ ਕਿੱਥੇ ਹੈ? ਅਹਿਮਦਾਬਾਦ, ਗੁਜਰਾਤ, ਠੀਕ ਹੈ। ਸਾਬਰਮਤੀ ਆਸ਼ਰਮ ਫਾਊਂਡ ਕਰਨ ਤੋਂ ਬਾਅਦ ਗਾਂਧੀ ਜੀ ਨੇ 1917 ਦੇ ਵਿੱਚ ਇੰਡੀਆ ਦੇ ਵਿੱਚ ਪਹਿਲੀ ਮੂਵਮੈਂਟ ਲਾਂਚ ਕੀਤੀ, ਚੰਪਾਰਨ ਸੱਤਿਆਗ੍ਰਹਿ। 1970 ਵਿੱਚ ਹੀ ਹੋਇਆ ਚੰਪਾਰਨ ਸੱਤਿਆਗ੍ਰਹਿ। ਤਾਂ ਗਾਂਧੀ ਜੀ ਸਮਝਦਾਰ ਸੀ, ਠੀਕ ਹੈ, ਵਕੀਲ ਸੀ, ਇੰਗਲੈਂਡ ਤੋਂ ਪੜ੍ਹੇ ਸੀ, ਇਨਰ ਟੈਂਪਲ ਕਾਲਜ ਤੋਂ, ਇੰਗਲੈਂਡ ਦੇ ਲੰਡਨ ਦੇ ਇਨਰ ਟੈਂਪਲ ਕਾਲਜ ਤੋਂ ਵਕਾਲਤ ਕੀਤੀ ਸੀ ਗਾਂਧੀ ਜੀ ਨੇ, ਠੀਕ ਹੈ। ਤੇ ਪੁੱਛ ਸਕਦਾ ਹੈ ਫਰੋਮ ਵਿਚ ਆਫ ਦ ਫੋਲੋਇੰਗ ਯੂਨੀਵਰਸਿਟੀ ਗਾਂਧੀ ਪਰਸਿਊਡ ਹਿਸ LLB ਡਿਗਰੀ, ਦੈਟ ਇਜ਼ ਇਨਰ ਟੈਂਪਲ ਕਾਲਜ ਲੰਡਨ। ਤਾਂ ਗਾਂਧੀ ਜੀ ਦੀ ਸਮਝਦਾਰੀ ਮੈਂ ਤੁਹਾਨੂੰ ਬੋਲ ਕੇ ਦੱਸਦਾ ਹਾਂ, ਲਿਖ ਕੇ ਸ਼ਾਇਦ ਇੰਨੀ ਵਧੀਆ ਨਾ ਸਮਝ ਆਵੇ ਕਿਉਂਕਿ ਕਿਤਾਬਾਂ ਵਿੱਚ ਲਿਖਿਆ ਹੈ, ਤੁਸੀਂ ਬਾਅਦ ਵਿੱਚ ਵੀ ਪੜ੍ਹ ਸਕਦੇ ਹੋ, ਪਰ ਨਾਲ ਨਾਲ ਲਿਖ ਵੀ ਲਿਓ। ਗਾਂਧੀ ਜੀ ਨੇ ਸਭ ਤੋਂ ਪਹਿਲਾਂ ਅੰਦੋਲਨ ਕੀਤਾ ਕਿਸਾਨਾਂ ਲਈ। ਕਿਉਂ? ਐਗਰੀਕਲਚਰ ਇਜ਼ ਦਾ ਬੈਕਬੋਨ ਆਫ ਇੰਡੀਆ। ਤਾਂ ਜੇਕਰ ਕਿਸਾਨਾਂ ਨੂੰ ਹੀ ਆਪਣੇ ਫੇਵਰ 'ਚ ਕਰ ਲਈਏ ਤਾਂ ਅੱਧਾ ਇੰਡੀਆ ਆਪਣੇ ਫੇਵਰ 'ਚ ਆ ਜਾਏਗਾ, ਠੀਕ ਹੈ। ਤਾਂ ਗਾਂਧੀ ਜੀ ਨੇ ਬਹੁਤ ਵਧੀਆ ਸਟੈਪ ਚੱਲਿਆ। ਸਭ ਤੋਂ ਪਹਿਲਾਂ ਚੰਪਾਰਨ ਸੱਤਿਆਗ੍ਰਹਿ ਫਾਰਮਰਸ ਦੇ ਲਈ, ਠੀਕ ਹੈ। ਚੰਪਾਰਨ ਸੱਤਿਆਗ੍ਰਹਿ, चंपारण सत्याग्रह में एक इंपॉर्टेंट है इंडिगो फार्मर्स। इंडिगो फार्मर्स बिहार ਦੇ ਵਿੱਚ ਕਿਸਾਨਾਂ ਤੋਂ ਜ਼ਬਰਦਸਤੀ ਨੀਲ ਦੀ ਖੇਤੀ ਕਰਵਾਈ ਜਾਂਦੀ ਸੀ ਤੇ ਨੀਲ ਦੀ ਖੇਤੀ ਨਾਲ ਪ੍ਰੋਬਲਮ ਕੀ ਹੈ, ਜ਼ਮੀਨ ਬੰਜਰ ਹੋ ਜਾਂਦੀ ਹੈ ਉਸ ਤੋਂ ਬਾਅਦ 1-2 ਸਾਲ ਲਈ ਨਾ। ਤਾਂ ਗਾਂਧੀ ਜੀ ਨੇ ਉਹਨਾਂ ਕਿਸਾਨਾਂ ਦੀ ਹੈਲਪ ਲਈ ਪ੍ਰੋਟੈਸਟ ਕੀਤਾ, ਇੰਡੀਗੋ ਫਾਰਮਰਸ ਦੀ ਹੈਲਪ ਲਈ, ਠੀਕ ਹੈ। ਤਾਂ ਇੰਡੀਗੋ ਫਾਰਮਰਸ ਲਈ ਗਾਂਧੀ ਜੀ ਨੇ ਕਿਹੜਾ ਪ੍ਰੋਟੈਸਟ ਕੀਤਾ? ਚੰਪਾਰਨ ਸੱਤਿਆਗ੍ਰਹਿ ਸਾਲ 1917। इंडिगो फार्मर्स के हालात दसन लई एक ड्रामा भी है, फेमस प्ले। पीपीएससी ने क्वेश्चन पूछा है जी, नील दर्पण
रिटन बाय दीन बंधु मित्रा। ठीक है, नील दर्पण फेमस प्ले है, रिटन बाय दीन बंधु मित्रा। ये इंडिगो फार्मर्स ਦੇ ਹਾਲਾਤ ਦਿਖਾਉਣ ਲਈ ਸੀ ਤੁਹਾਡਾ प्ले। ਤੇ ਇਹ ਹੋ ਗਿਆ ਜੀ ਚੰਪਾਰਨ ਸੱਤਿਆਗ੍ਰਹਿ। ਇਸ ਤੋਂ ਬਾਅਦ ਜਦੋਂ ਗਾਂਧੀ ਜੀ ਨੇ ਫਾਰਮਰਸ ਨੂੰ ਆਪਣੇ ਫੇਵਰ ਚ ਕਰ ਲਿਆ, ਫਿਰ ਦੂਜਾ ਸਭ ਤੋਂ ਇੰਪੋਰਟੈਂਟ ਆਏਗਾ ਜੀ ਗਾਂਧੀ ਜੀ ਦਾ ਅਹਿਮਦਾਬਾਦ ਮਿਲ ਸਟ੍ਰਾਈਕ। ਕਿਵੇਂ ਯਾਦ ਰੱਖਣਾ ਹੈ? ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ। ਉਸ ਦੇ ਨਾਲ ਸਾਨੂੰ ਕੀ ਚਾਹੀਦੇ ਹੈ? ਆਪਣੀ ਮੈਨ ਪਾਵਰ, ਵਰਕ ਫੋਰਸ ਇੰਡੀਆ ਦੀ ਜੋ ਫੈਕਟਰੀਜ਼ 'ਚ ਕੰਮ ਕਰ ਰਹੀ ਸੀ। ਤਾਂ ਗਾਂਧੀ ਜੀ ਨੇ ਪਹਿਲੇ ਟਾਰਗੇਟ ਕੀਤਾ ਕਿਸਾਨਾਂ ਨੂੰ, ਬੈਕਬੋਨ ਆਫ ਇੰਡੀਆ। ਉਸ ਤੋਂ ਬਾਅਦ ਆਰਮ ਪਾਵਰਸ ਆਫ ਇੰਡੀਆ, ਜਿਨ੍ਹਾਂ ਦਾ ਨਾਮ ਹੈ ਮਿਲ ਵਰਕਰਸ। ਠੀਕ ਹੈ, ਗਾਂਧੀ ਜੀ ਨੇ ਆਪਣੀ ਹੰਗਰ ਸਟ੍ਰਾਈਕ ਫਸਟ ਟਾਈਮ ਇੱਥੇ ਯੂਜ਼ ਕੀਤੀ ਹੈ, 1918 ਚ ਹੋਇਆ ਸੀ ਜੀ। ਗਾਂਧੀ ਜੀ used hunger as a weapon first time। ਠੀਕ ਹੈ, ਕਿਸਾਨਾਂ ਦੇ ਨਾਲ ਜਾ ਕੇ ਤੁਸੀਂ ਭੁੱਖ ਹੜਤਾਲ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਉਹ ਤਾਂ ਅੰਨਦਾਤਾ ਹੈ। ਪਰ ਤੁਸੀਂ ਮਿਲ ਵਰਕਰਸ ਦੇ ਨਾਲ ਜਾ ਕੇ ਭੁੱਖ ਹੜਤਾਲ ਕਰ ਸਕਦੇ ਹੋ। ਤਾਂ ਗਾਂਧੀ ਜੀ ਨੇ ਹੰਗਰ ਫਸਟ ਟਾਈਮ ਐਜ਼ ਅ ਵੈਪਨ ਕਦ ਯੂਜ਼ ਕੀਤਾ? ਅਹਿਮਦਾਬਾਦ ਮਿਲ ਸਟ੍ਰਾਈਕ 1918। ਯਾਦ ਕਿਵੇਂ ਕਰ ਸਕਦੇ ਹੋ? 18 ਸਾਲ ਦਾ ਬੱਚਾ ਭੁੱਖ ਹੜਤਾਲ ਕਰੇ, ਸਮਝ ਆਉਂਦਾ ਹੈ। ਉਸ ਤੋਂ ਪਹਿਲਾਂ ਉਸਨੂੰ ਬੱਚਾ ਹੀ ਸਮਝਾਂਗੇ। ਠੀਕ ਹੈ, 1918। ਉਸ ਤੋਂ ਬਾਅਦ ਅੱਗੇ ਵਧਦੇ ਹਾਂ ਜੀ। 1918 ਦੇ ਵਿੱਚ ਇੱਕ ਹੋਰ ਸਟ੍ਰਾਈਕ ਹੋਈ। ਮੈਂ ਸਾਰਾ ਗਾਂਧੀ ਜੀ ਦਾ ਲਿਖਾ ਰਿਹਾ ਹਾਲੇ। ਠੀਕ ਹੈ, ਪਿਛਲੇ 3-4 ਮਿੰਟ ਤੋਂ ਸਿਰਫ ਗਾਂਧੀ ਜੀ ਬਾਰੇ ਚਰਚਾ ਚੱਲ ਰਹੀ ਹੈ। 1918 ਚ ਇੱਕ ਹੋਰ ਇੰਪੋਰਟੈਂਟ ਮੂਵਮੈਂਟ ਕੀਤੀ ਗਾਂਧੀ ਜੀ ਨੇ, ਖੇੜਾ ਸੱਤਿਆਗ੍ਰਹਿ। ਬਸ ਇਸ ਦੇ ਬਾਰੇ ਜ਼ਿਆਦਾ ਤੁਸੀਂ ਟਾਈਮ ਵੇਸਟ ਨਾ ਕਰਿਓ। ਸਿੱਧਾ ਕੁਐਸਚਨ ਪੁੱਛ ਸਕਦਾ ਹੈ ਕਿ ਖੇੜਾ ਸੱਤਿਆਗ੍ਰਹਿ ਕਿਸ ਸਾਲ ਹੋਇਆ ਸੀ? ਤਾਂ ਤੁਸੀਂ ਲਿਖ ਸਕਦੇ ਹੋ 1918। ਖੇੜਾ ਸੱਤਿਆਗ੍ਰਹਿ ਹੋਇਆ। ਗਾਂਧੀ ਜੀ ਦੇ ਕੁਝ ਨਿਊਜ਼ਪੇਪਰ ਵੀ ਲਿਖ ਲਓ ਜੀ। ਗਾਂਧੀ ਜੀ ਨੇ ਕਿਹੜੇ ਨਿਊਜ਼ਪੇਪਰ ਲਿਖੇ ਸਨ? ਗਾਂਧੀ ਦੇ ਨਿਊਜ਼ਪੇਪਰ ਲਿਖੋ ਜੀ ਤੁਸੀਂ। ਇੰਡੀਅਨ ਓਪੀਨੀਅਨ ਇਨ ਸਾਊਥ ਅਫਰੀਕਾ, ਸਾਊਥ ਅਫਰੀਕਾ। ਇਸ ਤੋਂ ਬਾਅਦ ਸੀ ਇਹਨਾਂ ਦਾ ਸਭ ਤੋਂ ਇੰਪੋਰਟੈਂਟ, ਉਹ ਜੇਲ੍ਹ 'ਚ ਕੀਤਾ ਸੀ ਗਾਂਧੀ ਜੀ ਨੇ 1933 ਦੇ ਵਿੱਚ, ਹਰੀਜਨ। ਗਾਂਧੀ ਦੇ ਨਿਊਜ਼ਪੇਪਰ ਵੀ ਸਾਡੇ ਲਈ ਬਹੁਤ ਇੰਪੋਰਟੈਂਟ ਹਨ ਜੀ। ਠੀਕ ਹੈ, ਤੁਸੀਂ ਇਹ ਦੋ ਨਿਊਜ਼ਪੇਪਰ ਲਿਖੋ ਜੀ ਗਾਂਧੀ ਜੀ ਦੇ। ਨਿਊਜ਼ਪੇਪਰ ਇੰਡੀਆਜ਼ ਓਪੀਨੀਅਨ ਇਨ ਸਾਊਥ ਅਫਰੀਕਾ, ਹਰੀਜਨ। ਠੀਕ ਹੈ, ਇਸ ਤੋਂ ਇਲਾਵਾ ਯੰਗ ਇੰਡੀਆ ਵੀ ਹੈ ਗਾਂਧੀ ਜੀ ਦੀ ਇੱਕ ਰਚਨਾ। ਯੰਗ ਇੰਡੀਆ ਗੂਗਲ ਕਰਿਓ, ਤੁਹਾਨੂੰ ਪਤਾ ਚੱਲ ਜਾਏਗਾ ਕੀ ਚੀਜ਼ ਹੈ, ਨਿਊਜ਼ਪੇਪਰ ਹੈ ਜਾਂ ਬੁੱਕ ਹੈ। ਤੁਹਾਡੇ ਲਈ ਇੱਕ ਇਨਫੋਰਮੇਸ਼ਨ ਛੱਡ ਰਿਹਾ, ਗੂਗਲ ਕਰ ਲਿਓ ਕਿਉਂਕਿ ਪੇਪਰ 'ਚ ਪਹਿਲਾ ਕੁਐਸਚਨ ਆਇਆ ਹੈ। ਠੀਕ ਹੈ, ਅੱਗੇ ਵਧਦੇ ਹਾਂ ਜੀ। ਇਸ ਤੋਂ ਗਾਂਧੀ ਜੀ ਦੇ ਬਾਰੇ ਅਸੀਂ ਜਿੰਨੀ ਸਾਨੂੰ ਇਨਫੋਰਮੇਸ਼ਨ ਚਾਹੀਦੀ ਸੀ ਉਹ ਡਿਸਕਸ ਕਰ ਲਈ ਹੈ। ਇਸ ਤੋਂ ਬਾਅਦ ਤੁਸੀਂ ਅੱਗੇ ਵਧੋ। 1919 ਸਭ ਤੋਂ ਇੰਪੋਰਟੈਂਟ ਈਅਰ ਆਜ਼ਾਦੀ ਤੋਂ ਪਹਿਲਾਂ ਪੰਜਾਬ ਹਿਸਟਰੀ ਦੇ ਵਿੱਚ ਮੈਨੂੰ ਲੱਗਦਾ ਹੈ 1919। ਕਿਉਂ? ਇਸ ਸਾਲ ਬਹੁਤ ਕੁਝ ਹੋਏਗਾ ਜੀ। ਸਭ ਤੋਂ ਪਹਿਲਾਂ ਜਲਿਆਂਵਾਲਾ ਬਾਗ, 13 ਅਪ੍ਰੈਲ। ਠੀਕ ਹੈ, ਤੁਹਾਨੂੰ ਇਹ ਨਹੀਂ ਪੁੱਛੇਗਾ ਜਲਿਆਂਵਾਲਾ ਬਾਗ ਇਵੈਂਟ ਕਿਸ ਸਾਲ ਹੋਇਆ, ਸਭ ਨੂੰ ਪਤਾ ਹੈ। 2019 ਦੇ ਵਿੱਚ ਆਪਾਂ ਇਸ ਦੇ 100 ਸਾਲ ਦਾ ਜੋ ਇਵੈਂਟ ਕੀਤਾ ਸੀ ਉਹ ਵੀ ਹੋਇਆ। ਤੁਹਾਨੂੰ ਪੁੱਛੇਗਾ ਕਿ who was arrested। ਠੀਕ ਹੈ, ਜਲਿਆਂਵਾਲਾ ਬਾਗ ਦੇ ਵਿੱਚ ਜੋ ਪ੍ਰੋਟੈਸਟ ਸੀ ਉਹ ਕਿਸ ਦੇ ਅਰੈਸਟ ਦੇ ਅਗੇਂਸਟ ਹੋਇਆ ਸੀ? ਤਾਂ ਇੰਗਲਿਸ਼ ਗਵਰਨਮੈਂਟ ਇੱਕ ਕਾਨੂੰਨ ਲੈ ਕੇ ਆਈ ਸੀ, ਤੁਹਾਨੂੰ ਪਤਾ ਹੋਏਗਾ, ਰੋਲਟ ਐਕਟ। ਵਿਚ ਆਫ ਦਾ ਫੋਲੋਇੰਗ ਲਾਅ ਇਜ਼ ਨੋਨ ਐਜ਼ ਬਲੈਕ ਲਾਅ? ਰੋਲਟ ਐਕਟ। ਤਾਂ ਰੋਲਟ ਐਕਟ ਦੇ ਅੰਡਰ ਸੈਫੂਦੀਨ ਕਿਚਲੂ ਐਂਡ ਸਤਿਆਪੋਲ, ਦੋ ਪ੍ਰੋਮੀਨੈਂਟ ਫਰੀडम फाइटर ਸੀਗੇ ਪੰਜਾਬ ਦੇ, ਸੈਫੂਦੀਨ ਕਿਚਲੂ ਐਂਡ ਸਤਿਆਪੋਲ। ਇਹਨਾਂ ਨੂੰ ਅੰਗਰੇਜ਼ੀ ਗਵਰਨਮੈਂਟ ਨੇ ਅਰੈਸਟ ਕਰ ਲਿਆ ਕਿਸ ਐਕਟ ਦੇ ਅੰਦਰ? ਰੋਲਟ ਐਕਟ। ਬਲੈਕ ਲਾਅ। ਠੀਕ ਹੈ, ਰੋਲਟ ਐਕਟ ਦੇ ਵਿੱਚ ਜਦ ਇਹਨਾਂ ਨੂੰ
ਗ੍ਰਿਫਤਾਰ ਕਰ ਲਿਆ ਗਿਆ ਤਾਂ ਲੋਕ ਪ੍ਰੋਟੈਸਟ ਕਰਨ ਲੱਗ ਗਏ ਜਲਿਆਂਵਾਲਾ ਬਾਗ ਦੇ ਵਿੱਚ, ਜਿਸ ਤੋਂ ਬਾਅਦ ਜਨਰਲ ਡਾਇਰ ਆਪਣੇ 50 ਸਿਪਾਹੀਆਂ ਨੂੰ ਲੈ ਕੇ ਪਹੁੰਚਿਆ। 10 ਮਿੰਟ ਦੇ ਵਿੱਚ 1650 ਗੋਲੀਆਂ ਚੱਲੀਆਂ, ਠੀਕ ਹੈ। 10 ਮਿੰਟ ਦੇ ਵਿੱਚ 1650 ਗੋਲੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ। ਬਹੁਤ ਸਾਰੇ ਲੋਕ ਮਾਰੇ ਗਏ। ਇੱਕ ਹੀ ਸਰਵਾਈਵਰ ਸੀ, ਊਧਮ ਸਿੰਘ, ਠੀਕ ਹੈ। ਊਧਮ ਸਿੰਘ ਨੇ ਬਾਅਦ ਵਿੱਚ ਜਾ ਕੇ ਜਨਰਲ ਡਾਇਰ ਨੂੰ ਨਹੀਂ ਮਾਰਿਆ ਸੀ, ਕਿਸ ਨੂੰ ਮਾਰਿਆ ਸੀ? ਮਿਸ਼ਲ ਓ ਐਡਵਾਇਰ। ਹਾਂ, ਮਿਸ਼ਲ ਓ ਐਡਵਾਇਰ। ਮਿਸ਼ਲ ਓ ਐਡਵਾਇਰ 1919 ਦੇ ਵਿੱਚ ਪੰਜਾਬ ਦਾ ਗਵਰਨਰ ਸੀ। ਡਵਾਇਰ ਵੀ ਕਹਿੰਦੇ ਹਾਂ, ਐਡਵਾਇਰ ਵੀ ਕਹਿੰਦੇ ਹਾਂ, ਠੀਕ ਹੈ। ਮੈਂ ਐਡਵਾਇਰ ਯਾਦ ਰੱਖਾਂ, ਤੁਸੀਂ ਡਵਾਇਰ ਗੂਗਲ ਤੇ ਦੇਖੋਗੇ ਡਵਾਇਰ ਲਿਖਿਆ ਹੈ, ਠੀਕ ਹੈ। ਤਾਂ ਜਨਰਲ ਡਾਇਰ ਤੋਂ ਐਡਵਾਇਰ ਯਾਦ ਕਰ ਲਓ, ਈਜ਼ੀਲੀ ਪੰਜਾਬ ਦਾ ਗਵਰਨਰ ਵੀ ਹੋ ਜਾਏਗਾ। ਤਾਂ 1919 ਦੇ ਵਿੱਚ ਪੰਜਾਬ ਦੇ ਪਰਸਪੈਕਟਿਵ ਤੋਂ ਸਭ ਤੋਂ ਪਹਿਲਾਂ ਤਾਂ ਰੋਲਟ ਐਕਟ ਬਲੈਕ ਲੋ ਕਿਹਾ ਜਾਂਦਾ ਹੈ। ਗਵਰਨਰ ਕੌਣ ਹੈ ਪੰਜਾਬ ਦਾ? ਮਿਸ਼ਲ ਓ ਐਡਵਾਇਰ। ਅਰੈਸਟ ਕੌਣ ਹੋਇਆ ਸੀ? ਸੈਫੂਦੀਨ ਕਿਚਲੂ ਐਂਡ ਸਤਿਆਪਾਲ। ਜਲਿਆਂਵਾਲਾ ਬਾਗ ਹੋ ਗਿਆ ਪਹਿਲਾਂ 1919 ਦੇ ਵਿੱਚ। ਉਸ ਤੋਂ ਬਾਅਦ ਆਓ ਜੀ, ਰੋਲਟ ਐਕਟ ਵੀ 1919 ਦੇ ਆਇਆ ਸੀ। ਉਸ ਤੋਂ ਬਾਅਦ 1919 ਦੇ ਵਿੱਚ ਸਭ ਤੋਂ ਇੰਪੋਰਟੈਂਟ ਆਇਆ ਇੰਡੀਅਨ ਕਾਉਂਸਿਲ ਐਕਟ। ਇੰਡੀਅਨ ਕਾਉਂਸਿਲ ਐਕਟ ਕੀ ਹੈ ਜੀ? ਲੋਰਡ ਮੌਂਟੇਗ ਕੈਮਸਫੋਰਡ ਗਵਰਨਰ ਸੀ ਇੰਡੀਆ ਦਾ, ਪੰਜਾਬ ਦਾ ਸੀ ਐਡਵਾਇਰ। ਲੋਰਡ ਮੌਂਟੇਗ ਕੈਮਸਫੋਰਡ, ਫੋਰਡ ਇਸ ਦੇ ਨਾਮ ਵਿੱਚ ਹੈ 1919 ਦੇ ਵਿੱਚ। ਅਤੇ ਬਿਗੇਸਟ ਆਊਟਕਮ ਕੀ ਸੀ ਇੰਡੀਅਨ ਕਾਉਂਸਿਲ ਐਕਟ ਦੀ? ਡਾਇਆਰਚੀ ਇੰਟਰੋਡਿਊਸਡ, ਠੀਕ ਹੈ। ਡੂਅਲ ਗਵਰਨਮੈਂਟ ਆਫ ਸਿਸਟਮ ਇੰਟਰੋਡਿਊਸ ਹੋਇਆ ਜੀ ਇੰਡੀਆ ਦੇ ਵਿੱਚ, ਡਾਇਆਰਕੀ ਆ ਗਈ ਜੀ। ਤਾਂ ਪੁੱਛ ਲੈਂਦਾ ਹੈ ਤੁਹਾਨੂੰ ਕਿ ਡਾਇਆਰਕੀ ਕਿਸ ਕਾਉਂਸਿਲ ਐਕਟ ਚ ਆਈ? 1919 ਦੇ ਵਿੱਚ। ਡੂਅਲ ਗਵਰਨਮੈਂਟ ਸਿਸਟਮ, ਇਸ ਤੋਂ ਜ਼ਿਆਦਾ ਇਸ ਲਈ ਕੁਝ ਯਾਦ ਨਹੀਂ ਰੱਖਣਾ ਤੁਸੀਂ। 1919 ਇੰਡੀਆ ਦਾ ਗਵਰਨਰ ਕੌਣ ਸੀ? ਮੌਂਟੇਗ ਕੈਮਸਫੋਰਡ। ਤੇ 1919 ਦੇ ਇੰਡੀਅਨ ਕਾਉਂਸਿਲ ਐਕਟ ਨੂੰ ਮੌਂਟੇਗ ਕੈਮਸਫੋਰਡ ਰਿਫਾਰਮਸ ਦੇ ਨਾਲ ਜਾਣਿਆ ਜਾਂਦਾ ਹੈ। ਜਿਵੇਂ 1909 ਨੂੰ ਮੋਰਲੇ ਮਿੰਟੋ ਰਿਫਾਰਮ ਐਕਟ ਦੇ ਨਾਲ ਜਾਣਿਆ ਜਾਂਦਾ ਹੈ, ਉਸੇ ਤਰ੍ਹਾਂ 1919 ਨੂੰ ਮੌਂਟੇਗ ਕੈਮਸਫੋਰਡ, ਠੀਕ ਹੈ, ਨਾਮ ਦੇ ਵਿੱਚ ਫੋਰਡ ਹੈ, ਉੱਥੇ ਮਿੰਟੋ ਦਿਮਾਗ ਦੀ ਬੱਤੀ ਜਲਾ ਦੇ। ਤਾਂ ਜਲਿਆਂਵਾਲਾ ਬਾਗ ਦੀ ਇਨਕੁਆਇਰੀ ਲਈ ਇੱਕ ਕਮਿਸ਼ਨ ਬਣਾਇਆ ਗਿਆ, ਹੰਟਰ ਕਮਿਸ਼ਨ, ਠੀਕ ਹੈ। ਹੰਟਰ ਕਮਿਸ਼ਨ ਬਣਾਇਆ ਗਿਆ। ਪੰਗਾ ਕੀ ਸੀ ਜੀ ਕਿ ਇਸ ਦੀ ਕੋਈ ਆਊਟਕਮ ਨਹੀਂ ਆਈ ਹੰਟਰ ਕਮਿਸ਼ਨ ਦੀ। ਇਸ ਦੇ ਉਲਟ ਹੂ ਇਜ਼ ਨੋਨ ਐਜ਼ ਲਾਇਨ ਆਫ ਬ੍ਰਿਟਿਸ਼ ਐਮਪਾਇਰ, ਜਦੋਂ ਜਨਰਲ ਡਾਇਰ ਪੰਜਾਬ ਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚ ਮਾਸ ਕਿਲਿੰਗ ਕਰਕੇ ਗਿਆ, ਅੰਗਰੇਜ਼ਾਂ ਨੇ ਉਸ ਨੂੰ ਇੰਗਲੈਂਡ ਵਿੱਚ ਜਾ ਕੇ ਕਹਿਣਾ ਸ਼ੁਰੂ ਕਰਤਾ ਲਾਇਨ ਆਫ ਬ੍ਰਿਟਿਸ਼ ਐਮਪਾਇਰ, ਕਿ ਬ੍ਰਿਟਾਨੀਆ ਹਕੂਮਤ ਦਾ ਸ਼ੇਰ। ਇਸ ਕਰਕੇ ਊਧਮ ਸਿੰਘ ਨੂੰ ਹੋਰ ਜ਼ਿਆਦਾ ਗੁੱਸਾ ਆਇਆ ਕਿ ਇਸ ਨੂੰ ਤਾਂ ਸਜ਼ਾ ਦੇਣੀ ਹੀ ਪਏਗੀ, ਠੀਕ ਹੈ। ਤੇ ਬਾਅਦ ਵਿੱਚ ਊਧਮ ਸਿੰਘ ਨੇ ਬਦਲਾ ਵੀ ਲਿਆ, ਪੰਜਾਬ ਦੇ ਤਤਕਾਲੀਨ ਗਵਰਨਰ ਤੇ ਗੋਲੀ ਮਾਰ ਕੇ। ਤੁਹਾਨੂੰ ਪਤਾ ਹੋਏਗੀ ਸਾਰੀ ਕਹਾਣੀ, ਮੈਨੂੰ ਉਮੀਦ ਹੈ। ਤੇ ਹੰਟਰ ਕਮਿਸ਼ਨ 1919, ਬਸ ਇੰਨਾ ਯਾਦ ਰੱਖੋ ਕਦੋਂ ਆਇਆ। ਇਸ ਤੋਂ ਇਲਾਵਾ 1919 ਦੇ ਵਿੱਚ ਖਿਲਾਫਤ ਮੂਵਮੈਂਟ ਵੀ ਇੰਡੀਆ ਆ ਗਈ ਸੀ। ਖਿਲਾਫਤ ਮੂਵਮੈਂਟ ਇੰਡੀਆ ਦੀ ਆਪਣੀ ਮੂਵਮੈਂਟ ਨਹੀਂ ਸੀ। ਟਰਕੀ ਦੇ ਖਲੀਫਾ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ ਸੀ, ਤੁਰਕੀ ਦੇ, ਠੀਕ ਹੈ। ਤਾਂ ਉਸ ਦੇ ਅਗੇਂਸਟ ਪੂਰੇ ਵਰਲਡ ਦੇ ਵਿੱਚ ਮੁਸਲਿਮਸ ਨੇ ਇੱਕ ਮੂਵਮੈਂਟ ਲਾਂਚ ਕੀਤੀ, ਖਿਲਾਫਤ ਮੂਵਮੈਂਟ। ਇੰਡੀਆ 'ਚ ਕਦੋਂ ਆਈ? 1919। ਤੇ ਇਸ ਵੀਡੀਓ ਦਾ ਲਾਸਟ ਫੈਕਟ ਕਿਹੜਾ ਹੈ ਜੀ? ਨੋਨ ਕੋਆਪਰੇਸ਼ਨ ਮੂਵਮੈਂਟ। ਤੁਸੀਂ ਆਪਣੇ ਘਰੇ ਨੋਨ ਕੋਆਪਰੇਸ਼ਨ ਕਦੋਂ ਸ਼ੁਰੂ ਕਰਦੇ ਹੋ? ਜਦੋਂ ਤੁਸੀਂ ਆਪਣੀ ਟੀਨੇਜ ਕ੍ਰੋਸ ਕਰ ਜਾਂਦੇ ਹੋ, ਠੀਕ ਹੈ। ਤੇ ਇੰਡੀਆ ਨੇ ਵੀ ਜਦੋਂ 20th ਸੈਂਚੁਰੀ 'ਚ ਆਪਣੀ ਟੀਨੇਜ ਕ੍ਰੋਸ ਕੀਤੀ, 1919 ਤੋਂ ਬਾਅਦ ਟੀਨ ਖਤਮ ਹੋ ਗਿਆ, 20, ਠੀਕ ਹੈ। ਤਾਂ 1920 ਦੇ ਵਿੱਚ ਕੀ ਆਇਆ ਜੀ? ਨੋਨ ਕੋਆਪਰੇਸ਼ਨ ਮੂਵਮੈਂਟ 1920। ਤੁਸੀਂ ਇਸ ਵੀਡੀਓ ਨੂੰ 2 ਵਾਰੀ ਦੇਖ ਲਓ, ਤੁਹਾਡੇ ਦਿਮਾਗ ਦੇ ਵਿੱਚ ਸਾਰੇ ਫੈਕਟ ਕਨੈਕਟਡ ਹੋ ਜਾਣਗੇ। ਬੁੱਕ ਦੇ ਵਿੱਚੋਂ ਪੜ੍ਹੋਗੇ ਜੇ ਕੁਐਸਚਨ ਵਾਈਜ਼, ਤਾਂ ਹੁੰਦਾ ਕੀ ਹੈ, ਕਦੇ 1 ਸਾਲ ਦੂਜਾ ਸਾਲ ਕੋਈ ਲਿੰਕ ਨਹੀਂ ਬਣਦਾ, ਰੱਟਾ ਮਾਰਨਾ ਪੈਂਦਾ ਹੈ। ਇਸ ਤਰ੍ਹਾਂ ਪੜ੍ਹੋਗੇ ਤੁਹਾਡੇ ਇੰਪੋਰਟੈਂਟ ਸਾਰੇ ਫੈਕਟ ਕਲੀਅਰ ਹੋ ਜਾਣਗੇ। ਪਹਿਲੀ ਵੀਡੀਓ ਮੈਂ 1 ਘੰਟੇ ਦੀ ਸੋਚੀ ਸੀ, ਜਲਦੀ ਖਤਮ ਹੋ ਗਈ ਹੈ। ਕੋਸ਼ਿਸ਼ ਕਰਾਂਗਾ ਦੂਜੀ ਵੀਡੀਓ ਵਿੱਚ ਵੀ ਕੋਈ ਸਮਾਂ ਬਰਬਾਦ ਨਾ ਕਰਾਂ।
ਤੇ ਇਸ ਵੀਡੀਓ ਨੂੰ ਰਿਪੀਟ ਕਰੋ। ਜੇ ਕੋਈ ਮੈਂ ਫੈਕਟ ਮਿਸ ਕੀਤਾ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਕਮੈਂਟ ਕਰੋ ਤਾਂ ਕਿ ਦੂਜਿਆਂ ਨੂੰ ਵੀ ਫਾਇਦਾ ਹੋ ਜਾਏ। ਉਮੀਦ ਕਰਦਾ ਤੁਸੀਂ ਜਲਦੀ ਏਡੀਏ ਬਣੋ ਅਤੇ ਤੁਹਾਡੇ ਘਰਦਿਆਂ ਨੂੰ ਬਹੁਤ ਖੁਸ਼ੀ ਹੋਵੇ। ਬਹੁਤ ਬਹੁਤ ਧੰਨਵਾਦ ਜੀ ਸ਼ਿਵ ਪੰਜਾਬੀ ਜਮਾਤ ਵੱਲੋਂ।